मित्र प्यारे हाल मुरीदा दा कहना। गुरु नानक पद पंकज बंदन पद पंकज बंद सिमरो अंगद दुख निकंदन गुर अमरदास हृदय नित त्यागो हृदय नित। श्री गुरु रामदास गुण गावो गुर अर्जन विघ्नन के नासक विघ्नन के। हर गोविंद शुभ सुमत परकार श्री हर राय नमो कर जोरी नमो कर जो। श्री हर कृष्ण मनाऊं बहोरी गुर तेग बहादुर परम कृपाला जी परम कृपा। श्री गुरु गोविंद सिंह विशाल तरो तरा पर पुन पुन सीसा जी पुन पुन सी। बंदों बार बार जगदीसा एक अंकारा सतगुरु तेह प्रसाद सच होए। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। दोहरा रल लहोर ढेरे करे अज्ञा तुरै को नाहीं। कहे सो बंदा आपड़ै करू सबन मनाहे। वाहिगुरु जी का खालसा वाहिगुरु जी की फतेह। परम सन्मानयोग सतगुरां दी साजी और निवाजी हुई गुरु स्वरूप गुरु खालसा साध संगत जी। आप सरबत गुरसिख संगतां वडभागी हो। साहिब सच्चे पातशाह गरीब नवाज धन धन श्री गुरु ग्रंथ साहिब जी महाराज गुरदेव जी दे पावन पवित्र मुबारक चरना कबलों पास जुड़ के जीवन दे कीमती अमोलक समय सवासा नूं सफल बनाउण दा यतन कर रहे हो। बाबाणियां कहाणियां पुत सपुत करेन जे सतगुर भावै सो मन लैन सही कर्म करेन। लड़ीवार गुर इतिहास की कथा विचार आप सरवण कर रहे हो। बाबा बंदा सिंह बहादुर और तत खालसा दोहां जथियां विच जो आपसी मतभेद पैदा होया है जिस दे करके बादशाह फरखशर ने खालसे दे पास चिट्ठियां भेजियां वकील भेजे कि तुसीं भी गुरु के सिख हो असीं भी गुरु नानक साहब का एहसान मनते हाँ जिन्हां ने सानू गद्दी दित्ती है पातशाही दित्ती है। आपस में असीं क्यों झगड़ा करिए क्यों विखाद करिए।
ਅਸੀਂ ਤੁਹਾਨੂੰ ਜਗੀਰਾਂ ਲਾ ਦਿੰਦੇ ਹਾਂ, ਤੁਸੀਂ ਟਿਕ ਕੇ ਅੰਮ੍ਰਿਤਸਰ ਸਾਹਿਬ ਬੈਠੋ, ਮਾਇਆ ਦੇਵਾਂਗੇ, ਤੁਹਾਡੀ ਗੁਜਰਾਨ ਸੌਖੀ ਚੱਲੇਗੀ। ਬਾਦਸ਼ਾਹ ਫਰਕਚਰ ਇਹ ਚਾਹੁੰਦਾ ਸੀ ਕਿ ਸਿੰਘ ਇੱਕ ਥਾਂ ਤੇ ਬਹਿ ਜਾਣ ਤੇ ਆਲਸੀ ਹੋ ਜਾਵਣ, ਪਾਤਸ਼ਾਹੀ ਟਕੇ ਪੈਸਿਆਂ ਨੂੰ ਖਾ ਕੇ ਇਹਨਾਂ ਦਾ ਜੰਗ ਕਰਨ ਨੂੰ ਮਨ ਨਾ ਕਰੇ ਤੇ ਸਾਡੀ ਅਧੀਨਗੀ ਕਬੂਲ ਲੈਣ, ਪਰ ਸਿੰਘ ਉਹਨਾਂ ਤੇ ਵਿਸ਼ਵਾਸ ਨਹੀਂ ਸਨ ਕਰਦੇ। ਇਸ ਕਰਕੇ ਉਹ ਆਪਣਾ ਡੇਰਾ, ਆਪਣਾ ਪੜਾਅ ਬਦਲਦੇ ਰਹਿੰਦੇ ਸਨ। ਹੁਣ ਫਰਕਸ਼ਰ ਨੇ ਜਾਣ ਲਿਆ ਵੀ ਸਿੰਘ ਕਾਬੂ ਆਉਣ ਵਾਲੇ ਨਹੀਂ। ਉਹਨੇ ਆਪਣੇ ਵਕੀਲ ਬੰਦੇ ਬਹਾਦਰ ਦੇ ਪਾਸ ਭੇਜੇ। ਲਾਹੌਰ ਦਾ ਜਿਹੜਾ ਨਵਾਬ ਸੀ, ਉਹਦਾ ਵਜ਼ੀਰ ਉਹਦੇ ਵਕੀਲ ਬੰਦਾ ਸਿੰਘ ਦੇ ਪਾਸ ਗਏ ਫਰਕਸ਼ਰ ਬਾਦਸ਼ਾਹ ਵੱਲੋਂ। ਉਹਨਾਂ ਨੇ ਜਾ ਕੇ ਬਚਨ ਆਖਿਆ ਕਿ ਬਾਦਸ਼ਾਹ ਫਰਕਸ਼ਰ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਔਰ ਲਾਹੌਰ ਦਾ ਸੂਬਾ ਤੁਹਾਡਾ ਮੁਰੀਦ ਬਣਨਾ ਚਾਹੁੰਦਾ ਹੈ। ਤੁਸੀਂ ਟਿਕ ਕੇ ਆਨੰਦ ਨਾਲ ਬੈਠੋ, ਅਸੀਂ 1 ਲੱਖ ਟਕਾ ਤੁਹਾਨੂੰ ਦੇਵਾਂਗੇ। ਤੁਸੀਂ ਮਹਾਨ ਹੋ ਤੇ ਜਿਹੜੇ ਸਿੰਘ ਨੇ ਉਹ ਤੁਹਾਡੇ ਵੈਰੀ ਨੇ, ਤੁਹਾਡਾ ਬੁਰਾ ਸੋਚਦੇ, ਬਖੀਲੀ ਕਰਦੇ ਨੇ ਤੁਹਾਡੀ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ। ਉਹਨਾਂ ਨੇ ਸੋਚਿਆ ਵੀ ਜਿੱਥੇ ਲਾਹੌਰ ਦਾ ਸੂਬੇਦਾਰ ਮੈਨੂੰ ਗੁਰੂ ਬਣਾਉਣਾ ਚਾਹੁੰਦਾ ਹੈ, ਮੇਰਾ ਮੁਰੀਦ ਬਣਨਾ ਚਾਹੁੰਦਾ, ਹੋਰ ਇਸ ਤੋਂ ਵੱਡੀ ਗੱਲ ਕਿਹੜੀ ਹੈ। ਉਹਦੀ ਅਕਲ ਵਿਕਾਈ ਗਈ, ਤੁਰਕਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਬਾਬਾ ਬੰਦਾ ਸਿੰਘ ਬਹਾਦਰ। ਸੋ ਆਓ ਅਗਲਾ ਪ੍ਰਕਰਨ ਜੋ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰਕਸ਼ਰ ਬਾਦਸ਼ਾਹ ਨੇ ਸ਼ਾਹੀ ਫੌਜ ਭੇਜੀ, ਜ਼ਕਰੀਆ ਖਾਨ ਦੀ ਫੌਜ, ਬਾਕੀ ਜਿਹੜੇ ਹੋਰ ਮੁਗਲ ਪਠਾਨ ਤੁਰਕ ਪੰਜਾਬ ਤੋਂ ਉੱਠ ਕੇ ਕਸੂਰ ਵਸ ਗਏ ਸਨ। ਲਾਹੌਰ ਦੇ ਸੂਬੇਦਾਰ ਨੇ ਉਹਨਾਂ ਨੂੰ ਵੀ ਮੂਹਰੇ ਲਾ ਲਿਆ, ਅੱਗੇ ਲੱਗੋ ਭਾਈ, ਚੱਲ ਕੇ ਮੁਕਾਬਲਾ ਕਰੀਏ ਬੰਦੇ ਬਹਾਦਰ ਦਾ। ਇਹਨਾਂ ਸਾਰਿਆਂ ਨੇ ਲਾਹੌਰ ਵਿਖੇ ਡੇਰਾ ਲਾ ਲਿਆ, ਪਰ ਡਰਦਾ ਮਾਰਾ ਕੋਈ ਅੱਗੇ ਨਹੀਂ ਤੁਰਦਾ, ਕੋਈ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ। ਸਾਰੇ ਇਹੀ ਕਹਿੰਦੇ ਨੇ ਜੇ ਬੰਦੇ ਬਹਾਦਰ ਤੇ ਹਮਲਾ ਕਰ ਦਿੱਤਾ ਉਹ ਸਾਡੇ ਤੇ ਆਣ ਪਏਗਾ, ਸਾਨੂੰ ਸਾਰਿਆਂ ਨੂੰ ਫਨਾਹ ਕਰ ਦੇਗਾ, ਨਾਸ਼ ਕਰ ਦੇਗਾ। ਸਾਡੇ ਵਿੱਚ ਹਿੰਮਤ ਨਹੀਂ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰ ਸਕੀਏ। ਸਾਧ ਸੰਗਤ ਜੀ, ਜਿਵੇਂ ਭੇਡਾਂ ਦਾ, ਬੱਕਰੀਆਂ ਦਾ ਵਗ ਤੁਰਿਆ ਆਵੇ ਨਾ, ਤੇ ਜੇ ਅੱਗੋਂ ਕਿਤੇ ਸ਼ੇਰ ਆ ਜਾਏ, ਉਹ ਵੇਖ ਕੇ ਆਪੇ ਹੀ ਮੂੰਹ ਪਰਾਂ ਕਰ ਲੈਂਦੇ ਨੇ, ਡਰਦੇ ਨੇ ਪਸ਼ੂ ਸ਼ੇਰ ਤੋਂ। ਹੁਣ ਭਾਵੇਂ ਇੱਥੇ ਜ਼ਕਰੀਆ ਖਾਨ ਦੀ ਫੌਜ, ਲਾਹੌਰ ਦੇ ਸੂਬੇ ਦੀ ਫੌਜ, ਫਰਕਸ਼ਰ ਦੀ ਫੌਜ ਸੀ, ਇਹ ਭੇਡਾਂ ਬੱਕਰੀਆਂ ਦਾ ਵਗ ਸੀ, ਤੇ ਬੰਦੇ ਬਹਾਦਰ ਵੱਲ ਮੂੰਹ ਨਹੀਂ ਸਨ ਕਰਦੇ, ਡਰਦੇ ਸਨ ਕਿ ਉਹ ਇਕੱਲੇ ਜਾਣੇ ਨੇ, ਸਾਨੂੰ ਸਾਰਿਆਂ ਨੂੰ ਨਾਸ਼ ਕਰ ਦੇਣਾ ਹੈ। ਹਰ ਕਿਸੇ ਨੂੰ ਸਭ ਤੋਂ ਜ਼ਿਆਦਾ ਆਪਣੀ ਜਾਨ ਹੀ ਪਿਆਰੀ ਹੈ, ਕੋਈ ਨਹੀਂ ਮਰਨਾ ਚਾਹੁੰਦਾ, ਹਰ ਕੋਈ ਆਪਣੇ ਜੀਵਨ ਦੀ ਲੀਲਾ ਦੇ ਨਾਲ ਪ੍ਰੇਮ ਕਰਦਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ, ਜੇ ਜਹਾਨ ਹੈ, ਜੇ ਜਾਨ ਹੈ ਤੇ ਜਹਾਨ ਹੈ। ਆਮ ਕਹਾਵਤ ਹੈ ਨਾ ਵੀ ਜੇ ਜਾਨ ਹੋਵੇਗੀ ਤੇ ਤਾਂ ਹੀ ਜਹਾਨ, ਤੇ ਜੇ ਜਾਨ ਹੀ ਨਾ ਰਹੀ ਤੇ ਕੀ ਕਰਨਾ ਪਾਤਸ਼ਾਹੀ ਨੂੰ, ਕੀ ਕਰਨਾ ਰਾਜ ਨੂੰ।
ਇਸ ਕਰਕੇ ਉਹ ਕਹਿੰਦੇ ਨੇ ਜੇ ਸਾਡੀ ਜਾਨ ਹੀ ਨਾ ਬਚੀ ਤੇ ਲੜ ਕੇ ਅਸੀਂ ਰਾਜ ਕਿਹੜਾ ਲੈਣਾ ਹੈ। ਇਹਦੇ ਨਾਲੋਂ ਚੰਗਾ ਇਹੀ ਹੈ ਵੀ ਆਪਣੀ ਜਾਨ ਹੀ ਬਚਾ ਲਓ। ਜਾਨ ਨਾਲ ਹੈ ਦੀਨ ਅਮੀਮਾਨ। ਜੇ ਜਾਨ ਰਹੇਗੀ ਤੇ ਦੀਨ ਅਮਾਨ ਰਹੇਗਾ, ਧਰਮ ਰਹੇਗਾ। ਜੇ ਜਾਨ ਹੀ ਨਾ ਬਚੀ, ਚਲਾਣਾ ਹੀ ਕਰ ਗਏ ਤੇ ਧਰਮ ਫਿਰ ਕੀ ਕਰੂਗਾ? ਦੀਨ ਮਜ਼ਹਬ ਕਿੱਥੇ ਧਾਰਨ ਕਰਨਾ ਹੈ। ਇਸ ਕਰਕੇ ਜਾਨ ਦੇ ਨਾਲ ਹੀ ਜਹਾਨ ਹੈ ਤੇ ਜਾਨ ਦੇ ਨਾਲ ਹੀ ਦੀਨ ਈਮਾਨ ਹੈ। ਦੋਹਰਾ ਜਾਨ ਪਿਆਰੀ ਸਭ ਤੇ ਜਾਣੇ ਨਾਲ ਜਹਾਨ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਹਰ ਕਿਸੇ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ ਤੇ ਸਾਰਾ ਜਿਹੜਾ ਜਹਾਨ ਹੈ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਹਰ ਬੰਦਾ ਆਪਣੀ ਜਾਨ ਦੇ ਨਾਲ ਹੀ ਪਿਆਰ ਕਰਦਾ ਹੈ। ਅੱਗੇ ਬੰਦੋ ਜਮ ਦਿਸੈ ਪਿਛੈ ਮਾਰੇ ਸਭੁ ਜਾਨ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਾੜੀ ਇਲਾਕੇ ਵਿੱਚ ਗਏ। ਕਵੀ ਸੰਤੋਖ ਸਿੰਘ ਜੀ ਇੱਕ ਕਥਾ ਲਿਖਦੇ ਨੇ। ਉਥੇ ਨਗਰ ਦਾ ਇੱਕ ਰਾਜਾ ਸੀ, ਉਹਦਾ ਇਕਲੌਤਾ ਪੁੱਤਰ ਸੀ ਤੇ ਉਹ ਚੜ੍ਹਾਈ ਕਰ ਗਿਆ। ਸਾਰਾ ਨਗਰ ਬਿਰਲਾਪ ਕਰਨ ਲੱਗਾ ਵੀ ਰਾਜੇ ਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ। ਰਾਜਾ ਵੀ ਰੋਵੇ ਤੇ ਰਾਣੀ ਵੀ ਰੋਵੇ, ਚੇਲੇ ਵਜ਼ੀਰ ਦਾਸ ਗੋਲੇ ਸਭ ਰੋਣ। ਅਚਨਚੇਤ ਮਹਾਰਾਜ ਉਹਨਾਂ ਦੇ ਇਲਾਕੇ ਵਿੱਚ ਚਲੇ ਗਏ। ਰਾਜੇ ਦਾ ਜਿਹੜਾ ਨਗਰ ਸੀ ਉੱਥੇ ਪਾਤਸ਼ਾਹ ਨੇ ਚਰਨ ਪਾਏ। ਬੜਾ ਸੋਗ ਸੀ, ਰਾਜਸੀ ਸੋਗ ਮਨਾਇਆ ਜਾ ਰਿਹਾ ਸੀ ਕਿ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ। ਮਹਾਰਾਜ ਰਾਜੇ ਦੇ ਮਹਿਲਾਂ ਵਿੱਚ ਗਏ। ਸਤਿਗੁਰੂ ਕਹਿਣ ਲੱਗੇ ਕੀ ਹੋਇਆ ਭਾਈ? ਚੇਲੇ ਵਜ਼ੀਰ ਉਹ ਕਹਿਣ ਲੱਗੇ ਮਹਾਰਾਜ ਸੰਤ ਜੀ, ਰਾਜੇ ਦਾ ਇਕਲੌਤਾ ਪੁੱਤਰ ਰਾਜ ਦਾ ਵਾਰਿਸ ਸੀ, ਉਹ ਚੜ੍ਹਾਈ ਕਰ ਗਿਆ। ਸਤਿਗੁਰੂ ਕਹਿੰਦੇ ਜਿਉਂਦਾ ਕਰ ਦਈਏ। ਸਾਰੇ ਕਹਿੰਦੇ ਆਓ ਸੰਤ ਜੀ ਬੈਠੋ, ਮਹਾਰਾਜ ਕਿਰਪਾ ਕਰੋ ਵੀ ਜਿਉਂਦਾ ਕਰ ਦਿਓ ਇਹਨੂੰ। ਸਤਿਗੁਰੂ ਕਹਿੰਦੇ ਠੀਕ ਹੈ, ਪਰ ਸਾਡੀ ਇੱਕ ਸ਼ਰਤ ਹੈ। ਕਹਿੰਦੇ ਸਾਰੀਆਂ ਸ਼ਰਤਾਂ ਮੰਨਾਂਗੇ, ਜੋ ਤੁਸੀਂ ਕਹੋਗੇ ਨਾ ਅਸੀਂ ਮੰਨਣ ਵਾਸਤੇ ਤਿਆਰ ਹਾਂ। ਹੁਕਮ ਕਰੋ ਵੀ ਤੁਸੀਂ ਕੀ ਕਹਿੰਦੇ ਹੋ, ਜੋ ਤੁਹਾਨੂੰ ਚਾਹੀਦਾ ਅਸੀਂ ਦੇ ਦਿਆਂਗੇ। ਮਹਾਰਾਜ ਕਹਿੰਦੇ ਵੀ ਇੱਕ ਬਰਤਨ ਲਿਆਓ, ਉਹਦੇ 'ਚ ਨਾ ਜਲ ਪਾਓ। ਬਰਤਨ ਲਿਆਂਦਾ ਗਿਆ, ਜਲ ਪਾਇਆ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਸਾਹਿਬ ਨੇ ਜਿਹੜੇ ਲੋਕ ਕਹਿੰਦੇ ਸਨ ਵੀ ਜੋ ਆਖੋਗੇ ਮੰਨਾਂਗੇ, ਉਹਨਾਂ ਦੇ ਮੂਹਰੇ ਕਰ ਦਿੱਤਾ ਵੀ ਆ ਜਿਹੜਾ ਜਲ ਹੈ ਨਾ ਤੁਸੀਂ ਛਕ ਲਓ। ਕਹਿੰਦੇ ਜੀ ਕੀ ਹੋਏਗਾ? ਜਿਹੜਾ ਜਲ ਛਕੇਗਾ ਉਹਦੇ ਪ੍ਰਾਣ ਨਿਕਲ ਜਾਣਗੇ ਤੇ ਰਾਜੇ ਦਾ ਪੁੱਤਰ ਜਿਉਂਦਾ ਹੋ ਜਾਏਗਾ। ਉਹ ਕਹਿੰਦੇ ਅਸੀਂ ਥੋੜਾ ਮਰਨਾ ਇਹਦੇ ਪਿੱਛੇ, ਜਿਹੜਾ ਗਿਆ ਸੋ ਗਿਆ। ਜਿਹੜੀ ਨਗਰੀ ਵਾਲੇ ਲੋਕ ਰੌਲਾ ਪਾਉਂਦੇ ਸਨ ਉਹੀ ਕਹਿੰਦੇ ਵੀ ਅਸੀਂ ਨਹੀਂ ਮਰਨਾ ਕਿਸੇ ਪਿੱਛੇ। ਜਿਹੜੇ ਦਾਸ ਗੋਲੇ ਰੌਲਾ ਪਾਉਂਦੇ ਸਨ, ਮਹਾਰਾਜ ਕਹਿੰਦੇ ਤੁਸੀਂ ਛਕ ਲਓ ਭਾਈ। ਉਹ ਕਹਿੰਦੇ ਨੌਕਰੀ ਕਰਦੇ ਹਾਂ ਅਸੀਂ ਇਹਨਾਂ ਕੋਲ, ਆਪਣੀ ਜਾਨ ਥੋੜਾ ਦੇਣੀ ਆ। ਵਜ਼ੀਰਾਂ ਨੂੰ ਜਵਾਬ ਦੇ ਦਿੱਤਾ, ਵਜ਼ੀਰਾਂ ਨੇ ਮਨਾ ਕਰ ਦਿੱਤਾ। ਮਹਾਰਾਜ ਰਾਣੀ ਨੂੰ ਕਹਿਣ ਲੱਗੇ ਵੀ ਤੂੰ ਰੌਲਾ ਸਭ ਤੋਂ ਜ਼ਿਆਦਾ ਪਾਉਣੀ ਹੈ ਵੀ ਤੂੰ ਛਕ ਲੈ। ਉਹ ਕਹਿੰਦੀ ਮਹਾਰਾਜ ਇਹਨੂੰ ਜਨਮ ਦਿੱਤਾ, ਪਾਲਿਆ, ਵੱਡਾ ਕੀਤਾ, ਹੁਣ ਮਰਨ ਵਾਸਤੇ ਥੋੜਾ ਵੱਡਾ ਕੀਤਾ ਸੀ। ਭਾਈ ਸਾਹਿਬ ਕਹਿੰਦੇ ਜਾਨ ਦੇ ਨਾਲ ਹੀ ਜਹਾਨ ਹੈ ਨਾ, ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ। ਰਾਜੇ ਦਾ ਪੁੱਤਰ ਭਾਵੇਂ ਚੜ੍ਹਾਈ ਕਰ ਗਿਆ, ਉਹ ਕਹਿਣ ਲੱਗੇ ਵੀ ਅਸੀਂ ਇਹਦੇ ਪਿੱਛੇ ਕਿਉਂ ਜਾਈਏ, ਜਾਣ ਵਾਲਾ ਤਾਂ ਚਲਾ ਗਿਆ, ਹੁਣ ਅਸੀਂ ਥੋੜਾ ਜਾਨ ਦੇਣੀ ਹੈ। ਮਹਾਰਾਜ ਕਹਿੰਦੇ ਫਿਰ ਅਸੀਂ ਪੀ ਲਈਏ। ਕਹਿੰਦੇ ਹਾਂ ਮਹਾਰਾਜ ਤੁਸੀਂ ਜ਼ਰੂਰ ਛਕ ਲਓ। ਉਹਨਾਂ ਸੋਚਿਆ ਵੀ ਕੋਈ ਸੰਤ ਸਾਧ ਹੈ ਵੀ ਇਹਦੇ ਕਿਹੜਾ ਕੋਈ ਅੱਗੇ ਪਿੱਛੇ ਹੋਣਾ ਹੈ, ਵੀ ਤੁਸੀਂ ਛਕ ਲਓ। ਫਟਾਫਟ ਦੂਜੇ ਨੂੰ ਮਾਰਨ ਲਈ ਤਿਆਰ ਰਹਿੰਦੇ ਹਰ ਵਕਤ। ਮਹਾਰਾਜ ਨੇ ਵਾਹਿਗੁਰੂ ਕਿਹਾ ਤੇ ਜਲ ਛਕ ਲਿਆ ਤੇ ਰਾਜੇ ਦਾ ਪੁੱਤਰ ਜਿਉਂਦਾ ਹੋ ਗਿਆ। ਗੁਰੂ ਸਾਹਿਬ ਕਹਿਣ ਲੱਗੇ ਜਹਾਨ ਜਿਹੜਾ ਹੈ ਇਹ ਸਾਰੇ ਜਹਾਨ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ।
ਕੋਈ ਵੀ ਮਰਨ ਵਾਸਤੇ ਤਿਆਰ ਨਹੀਂ ਹੁੰਦਾ ਕਿਸੇ ਪਿੱਛੇ। ਕੋਈ ਮਰੈ ਨਾ ਮੋਇਆ ਨਾਲੇ, ਬਾਣੀ ਦਾ ਬਚਨ ਹੈ ਵੀ ਜਿਹੜਾ ਚਲਾ ਗਿਆ ਨਾ ਉਹਦੇ ਨਾਲ ਨਹੀਂ ਕੋਈ ਜਾਂਦਾ। ਇਹ ਤਾਂ ਬਾਬਾ ਜੀਵਨ ਜੀ ਸਨ, ਭਾਈ ਭਗਤੂ ਜੀ ਦੇ ਸੁਪੁੱਤਰ ਹੋਏ ਦੋ, ਭਾਈ ਗੋਰਾ ਤੇ ਬਾਬਾ ਜੀਵਨ ਜੀ। ਕਿਸੇ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ ਤੇ ਗੁਰੂ ਹਰਿਰਾਏ ਸਾਹਿਬ ਦੇ ਪਾਸ ਆ ਗਏ, ਬੜੀਆਂ ਬੇਨਤੀਆਂ ਕਰਨ ਲੱਗੇ, ਆਖਦੇ ਅਸੀਂ ਜਾਣਾ ਹੀ ਨਹੀਂ ਇੱਥੋਂ। ਗੁਰੂ ਸਾਹਿਬ ਕਹਿਣ ਲੱਗੇ ਵੀ ਇਹ ਤਾਂ ਅਕਾਲ ਪੁਰਖ ਦਾ ਭਾਣਾ, ਇਹਨੂੰ ਨਹੀਂ ਟਾਲ ਸਕਦੇ। ਪਰ ਉਹ ਖਹਿੜੇ ਪੈ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ, ਫਿਰ ਗੁਰੂ ਸਾਹਿਬ ਦੇ ਕੋਲ ਸੰਗਤਾਂ ਜਦੋਂ ਬੇਨਤੀ ਕਰਨ ਲੱਗੀਆਂ ਨਾ ਤੇ ਪਾਤਸ਼ਾਹ ਕਹਿਣ ਲੱਗੇ ਕੋਈ ਉੱਠੇ ਗੁਰੂ ਕਾ ਸਿੱਖ, ਫਿਰ ਇਹਦੀ ਜਗ੍ਹਾ ਤੇ ਆਪਣੇ ਪ੍ਰਾਣ ਦੇ ਦੇ। ਕੋਈ ਉੱਠੇ। ਅਚਾਨਕ ਉਹ ਲੜਕਾ ਜਿਹੜਾ ਚੜ੍ਹਾਈ ਕੀਤਾ ਸੀ ਉਹ ਜਿਉਂਦਾ ਹੋ ਗਿਆ। ਦਰਬਾਰ ਵਿੱਚ ਸਭ ਨੇ ਸਿਰ ਸੱਟੇ ਹੋਏ ਸਨ, ਪਰ ਉਹ ਜਿਉਂਦਾ ਹੋ ਗਿਆ। ਕੋਈ ਉੱਠਣ ਨੂੰ ਤਿਆਰ ਨਹੀਂ ਸੀ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਕਿਹਨੇ ਪਰਉਪਕਾਰ ਕੀਤਾ। ਜਦੋਂ ਸੰਗਤਾਂ ਇੱਧਰ ਉੱਧਰ ਵੇਖਣ ਲੱਗੀਆਂ ਤੇ ਅਖੀਰ ਪਤਾ ਕਰਨ ਤੇ ਪਤਾ ਲੱਗਾ ਕਿ ਬਾਬਾ ਜੀਵਨ ਜੀ ਨੇ ਸਰੀਰ ਤਿਆਗ ਦਿੱਤਾ ਹੈ। ਭਾਈ ਭਗਤੂ ਜੀ ਬੜੇ ਪ੍ਰੇਮ ਨਾਲ ਗੁਰੂ ਘਰ ਦੀ ਉਹਨਾਂ ਸੇਵਾ ਕੀਤੀ। ਗੁਰੂ ਹਰਿਰਾਏ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦਾ ਸੁਪੁੱਤਰ ਸੀ ਛੋਟਾ ਭਾਈ ਜੀਵਨ, ਉਹਨਾਂ ਸਰੀਰ ਤਿਆਗ ਦਿੱਤਾ ਤੇ ਉਧਰ ਉਹ ਲੜਕਾ ਜਿਉਂਦਾ ਹੋ ਗਿਆ। ਇਹ ਪਰਉਪਕਾਰ ਹਰ ਕੋਈ ਨਹੀਂ ਕਰ ਸਕਦਾ। ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ। ਤਾਂ ਹੀ ਭਾਈ ਰਤਨ ਸਿੰਘ ਜੀ ਕਹਿੰਦੇ ਨਾਲ ਜਾਨ ਹੈ ਸਭ ਜਹਾਨ। ਜਾਨ ਦੇ ਨਾਲ ਹੀ ਭਾਈ ਸਾਰਾ ਜਹਾਨ ਹੈ, ਤੇ ਜਾਨ ਪਿਆਰੀ ਸਭ ਤੇ ਜਾਣੈ ਨਾਲ ਜਹਾਨ। ਸਾਰਾ ਜਹਾਨ ਹੀ ਜਾਣਦਾ ਹੈ ਵੀ ਜਾਨ ਪਿਆਰੀ ਹੈ, ਜਾਨ ਦੇ ਨਾਲ ਹੀ ਜਹਾਨ ਵਸਦਾ ਹੈ। ਅੱਗੇ ਬੰਦੋ ਜਮ ਦਿਸੈ, ਪਿਛੈ ਮਾਰੇ ਸ਼ਾਹ ਜਾਨ। ਹੁਣ ਉਹਨਾਂ ਸਾਰਿਆਂ ਨੂੰ ਬੰਦਾ ਬਹਾਦਰ ਜੰਮ ਵਾਂਗੂ ਦਿਸਦਾ ਸੀ ਮੂਹਰੇ। ਨਾ ਤਾਂ ਹੁਣ ਮੂਹਰੇ ਜਾਣ ਜੋਗੇ ਬਾਬੇ ਬੰਦੇ ਬਹਾਦਰ ਦੇ ਸਾਹਮਣੇ, ਤੇ ਨਾ ਪਿੱਛੇ ਜਾਣ ਜੋਗੇ। ਕਿਉਂ ਜੇ ਪਿੱਛੇ ਜਾਂਦੇ ਨੇ ਤੇ ਬਾਦਸ਼ਾਹ ਫਰਖਸ਼ਰ ਦਾ ਭੈ ਸੀ ਉਹ ਮਾਰ ਦੇਗਾ। ਮੂਹਰੇ ਜਾਂਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਭੈ ਮਨ ਵਿੱਚ ਸੀ। ਉਸ ਨਵਾਬ ਨੇ ਫਿਰ ਇਸ ਤਰ੍ਹਾਂ ਸਲਾਹ ਕੀਤੀ ਆ, ਜਿਹੜਾ ਲਾਹੌਰ ਦਾ ਸੂਬੇਦਾਰ ਹੈ, ਮਲਾਣਿਆਂ ਨੂੰ ਕਹਿੰਦਾ ਤੁਸੀਂ ਰੌਲਾ ਪਾਇਆ ਸੀ ਜਾ ਕੇ ਦਿੱਲੀ ਵਿੱਚ ਵੀ ਬੰਦਾ ਬਹਾਦਰ ਸਾਨੂੰ ਤੰਗ ਕਰਦਾ ਹੈ, ਲੱਗੋ ਹੁਣ ਮੂਹਰੇ। ਜਿੰਨੇ ਵੀ ਮਲਾਣੇ ਕਾਜੀ ਆਦਿਕ ਸਨ ਸਾਰੇ ਮੂਹਰੇ ਕਰ ਲਏ। ਪਿੱਛੇ ਫੌਜਾਂ ਲਾ ਲਈਆਂ ਤੇ ਮੂਹਰੇ ਜਿਹੜੀ ਕੁਰਾਨ ਮਜੀਦ ਹੈ ਉਹਨੂੰ ਪੜ੍ਹਦੇ ਜਾ ਰਹੇ, ਉਹਦੀਆਂ ਕਲਾਮਾਂ ਪੜ੍ਹਦੇ ਹਨ। ਜਿਵੇਂ ਕੂੰਜਾਂ ਇੱਕ ਥਾਂ ਤੋਂ ਜਦੋਂ ਦੂਜੀ ਥਾਂ ਤੇ ਜਾਂਦੀਆਂ ਨੇ ਨਾ, ਬੜੀ ਲੰਮੀ ਡਾਰ ਬਣਾ ਕੇ, ਪਾਂਤ ਬਣਾ ਕੇ ਜਾਂਦੀਆਂ, ਪੰਕਤੀ ਬਣਾ ਕੇ ਜਾਂਦੀਆਂ ਆਕਾਸ਼ ਦੇ ਵਿੱਚ। ਇਨ ਬਿਨ ਇਸੇ ਪ੍ਰਕਾਰ ਕੂੰਜਾਂ ਦੇ ਵਾਂਗੂ ਲਾਈਨਾਂ ਬਣਾ ਕੇ, ਪੰਕਤੀਆਂ ਬਣਾ ਕੇ ਕਾਜੀ ਮੁਲਾਣੇ ਫੌਜ ਦੇ ਮੂਹਰੇ ਤੁਰਦੇ ਹਨ। ਜਿਹੜੇ ਫਕੀਰ ਸਨ ਉਹ ਵੀ ਮੂਹਰੇ ਲਾ ਲਏ ਹਨ। ਹੁਣ ਉਹ ਵੀ ਆਪਣੇ ਢੰਗ ਤਰੀਕੇ ਵਰਤਦੇ ਨੇ। ਆਖਦੇ ਨਵਾਬ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਹੈਗੇ ਹਾਂ। ਬੰਦਾ ਬਹਾਦਰ ਕੋਈ ਕਰਾਮਾਤ ਵਿਖਾਏਗਾ ਅਸੀਂ ਸਹਿ ਲਵਾਂਗੇ, ਪਰ ਤੇਰੇ ਤੇ ਨਹੀਂ ਆਉਣ ਦਿੰਦੇ। ਮੂਰਲੇ ਪਾਸੇ ਕਾਜੀ ਹਾਜੀ ਫਕੀਰ ਮੁਲਾਣੇ ਢੋਲ ਵਜਾ ਕੇ ਬੜੀ ਧਮਾਲ ਪਾ ਰਹੇ ਹਨ। ਅਲੀ ਅਲੀ ਕਹਿ ਕੇ ਆਪਣੀਆਂ ਬਾਹਾਂ ਆਕਾਸ਼ ਦੇ ਵਿੱਚ ਚੁੱਕਦੇ ਹਨ। ਜਿਹੜੇ ਪੀਰ ਸਨ ਨਵਾਬ ਨੇ ਆਪਣੇ ਚਾਰ ਚਫੇਰੇ ਲਾ ਲਏ ਵੀ ਕਿਤੇ ਬੰਦਾ ਬਹਾਦਰ ਇੱਧਰ ਨਾ ਆ ਜਾਵੇ। ਆਪਣੇ ਢੰਗ ਤਰੀਕੇ ਦੇ ਨਾਲ ਉਹ ਮੰਤਰ ਕਲਾਮਾਂ ਆਦਿਕ ਪੜ੍ਹਦੇ, ਉਹਨਾਂ ਦਾ ਜਾਪ ਕਰਦੇ ਹਨ। ਪੜ੍ਹ ਕੇ ਸੈਫੀਆਂ ਮੰਤਰ ਫੂਕਾਂ ਮਾਰਦੇ, ਜਿਵੇਂ ਅੱਜ ਕੱਲ੍ਹ ਦੇ ਬਾਬੇ ਮਾਰਦੇ ਨੇ। ਪਤਾ ਨਹੀਂ ਉਹਨਾਂ ਦੀ ਫੂਕ 'ਚ ਇੰਨੀ ਤਾਕਤ ਹੈ ਕਿ ਪਹਾੜ ਹੀ ਉਡਾ ਦੇਣਗੇ, ਇੱਦਾਂ ਫੂਕਾਂ ਮਾਰਦੇ ਨੇ।
ਇਸ ਤਰ੍ਹਾਂ ਉਹ ਫੂਕਾਂ ਮਾਰਦੇ, ਮੰਤਰ ਆਦਿਕ ਦਾ ਜਾਪ ਕਰਦੇ ਨੇ ਤੇ ਦਿਲਾਸਾ ਦਿੰਦੇ ਵੀ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਰਹਿ ਪੈਰ ਖਟ ਨਿਵਾਬ ਦਿਵਾਰੈ। ਇਸੇ ਪ੍ਰਕਾਰ ਅੱਠੇ ਪਹਿਰ ਨਵਾਬ ਦੇ ਚਾਰ ਚਫੇਰੇ ਰਹਿੰਦੇ ਹਨ। ਹਾਂਜੀ ਇਸੀ ਭਾਤ ਕਰ ਤੁਰਿਓ ਨਿਵਾਬ। ਇਸ ਤਰੀਕੇ ਦੇ ਨਾਲ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਉਹ ਲਾਹੌਰ ਤੋਂ ਪੰਜਾਬ ਨੂੰ ਚੱਲ ਪਿਆ ਹੈ। ਗੁਰਦਾਸਪੁਰੇ ਨੂੰ ਉਹਨੇ ਚਾਲਾ ਪਾ ਦਿੱਤਾ ਹੈ। ਡਰ ਨਿਜ ਜਾਣਿਓ ਜੋ ਕਰੇ ਬਾਬ। ਉਹਨੇ ਹਿਰਦੇ ਵਿੱਚ ਡਰ ਜਾਣ ਲਿਆ। ਹਿਰਦੇ ਦੇ ਵਿੱਚ ਬੜਾ ਖੌਫ ਸੀ, ਭਾਵੇਂ ਕਿ ਸੰਧੀ ਕਰ ਬੈਠਾ ਸੀ, ਪਰ ਸੰਧੀ ਹੋਣ ਦੇ ਬਾਵਜੂਦ ਹਿਰਦੇ ਵਿੱਚ ਭੈ ਸੀ। ਤਾਂ ਉਹਨੇ ਇਹੋ ਜਿਹਾ ਢੰਗ ਤਰੀਕਾ ਬਣਾ ਲਿਆ ਕਿ ਕਾਜੀ ਹਾਜੀ ਆਦਿਕ ਮੂਹਰੇ ਲਾ ਲਏ ਹਨ। ਕੋਈ ਕਹੈ ਮੈਂ ਸੋ ਵਿਦ ਜਾਣੋ। ਕੋਈ ਕਾਜੀ ਮੌਲਾਨਾ ਆਦਿਕ ਕਹਿੰਦਾ ਕਿ ਮੈਂ ਉਸ ਵਿਧੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਕਰੈ ਜੋ ਤੁਮ ਕੋ ਸੋ ਮੁੜ ਉਸ ਪਾਣੋ। ਜੇਕਰ ਬੰਦਾ ਬਹਾਦਰ ਤੇਰੇ ਤੇ ਕਿਸੇ ਤਰੀਕੇ ਨਾਲ ਹਮਲਾ ਕਰੇਗਾ ਤੇ ਮੈਂ ਉਹਦੇ ਤੇ ਹੀ ਮੋੜ ਦਿਆਂਗਾ ਉਹਦਾ ਹਮਲਾ। ਉਹ ਕਰੇਗਾ ਤੇ ਉਹਦੇ ਸਿਰ ਤੇ ਹੀ ਪੈ ਜਾਏਗੀ। ਉਸ ਵਿਧੀ ਨੂੰ, ਉਸ ਤਰੀਕੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੋਹਰਾ ਕੋ ਕਹੈ ਉਸ ਵੀਰ ਜੋ ਸੋ ਮੈਂ ਕੀਨੈ ਕੈਦ। ਕੋਈ ਉਹਨਾਂ ਵਿੱਚੋਂ ਪੀਰ ਕਹਿੰਦਾ ਹੈ ਕਿ ਜਿਹੜੇ ਬੰਦੇ ਬਹਾਦਰ ਦੇ ਕੋਲ ਵੀਰ ਨੇ ਨਾ, ਉਹ ਮੈਂ ਕੈਦ ਕਰ ਲਏ ਨੇ। ਵੀਰ ਤੇਰਾ ਕੀ ਵਿਗਾੜ ਲੈਣਗੇ, ਉਹ ਤਾਂ ਆਪਾਂ ਕੈਦ ਕੀਤੇ ਹੋਏ ਹਨ। ਕੋਈ ਕਹੈ ਮੈਂ ਪੀਰ ਬੜ ਜਪੀਆ ਤਪੀਆ ਸਹਿਦ। ਕੋਈ ਕਹਿੰਦਾ ਕਿ ਮੈਂ ਬਹੁਤ ਵੱਡਾ ਪੀਰ ਹਾਂ, ਮੈਂ ਬੜਾ ਵੱਡਾ ਜਪੀ ਹਾਂ, ਬੜਾ ਵੱਡਾ ਤਪੀ ਹਾਂ। ਮੇਰੇ ਵਰਗਾ ਕੌਣ ਹੈ? ਬੰਦਾ ਬਹਾਦਰ ਮੇਰੇ ਅੱਗੇ ਕੀ ਹੈ? ਚੋਪਈ ਜੋ ਕਹੈ ਕਹੈ ਸਭ ਰਿਜਕ ਲੇਖਾਹੇ। ਹੁਣ ਮਸਲਾ ਤਾਂ ਰਿਜ਼ਕ ਦਾ ਹੈ ਨਾ। ਇਹ ਗੱਲਾਂ ਕਹਿ ਕਹਿ ਕੇ ਬੰਦੇ ਬਹਾਦਰ ਕੋਲੋਂ ਰਾਸ਼ਨ ਪਾਣੀ ਮਾਫ ਕਰਨਾ, ਲਾਹੌਰ ਦਾ ਸੂਬੇਦਾਰ ਜਿਹੜਾ ਉਹਦੇ ਕੋਲੋਂ ਰਾਸ਼ਨ ਪਾਣੀ ਲੈ ਲੈਂਦੇ ਨੇ। ਇਹੋ ਜਿਹੀਆਂ ਗੱਲਾਂ ਕਹਿ ਕਹਿ ਕੇ ਸੋਨੇ ਦੀਆਂ ਮੋਹਰਾਂ ਲੈ ਲਈਆਂ, ਮਾਇਆ ਲੈ ਲਈ, ਤੇ ਹੁਣ ਲਾਹੌਰ ਦਾ ਸੂਬੇਦਾਰ ਵੀ ਝੂਠਾ ਜਿਹਾ ਧੀਰਜ ਅੰਦਰ ਰੱਖ ਲੈਂਦਾ ਹੈ। ਬੰਦੇ ਕੇ ਡਰ ਸੋ ਕਿਤੇ ਨ ਜਾਹੇ। ਬੰਦੇ ਦੇ ਡਰ ਕਰਕੇ ਸੂਬੇਦਾਰ ਕਿਸੇ ਪਾਸੇ ਨਹੀਂ ਜਾਂਦਾ, ਉਹਨਾਂ ਪੀਰਾਂ ਫਕੀਰਾਂ ਤੇ ਫੌਜਾਂ ਦੇ ਵਿੱਚ ਰਹਿੰਦਾ ਹੈ। ਰਹਿ ਆਖੈ ਜੈ ਭੋਗ ਨਿਵਾਬ। ਹੁਣ ਉਹਨਾਂ ਵਿੱਚੋਂ ਕਈ ਇਦਾਂ ਦੇ ਸਨ, ਉਹ ਕਹਿਣ ਲੱਗੇ ਕਿ ਜੇ ਮੰਨ ਲਓ ਵੀ ਬੰਦਾ ਬਹਾਦਰ ਹਮਲਾ ਕਰਦੇ, ਉਹ ਸਾਡੇ ਤੇ ਥੋੜਾ ਆਏਗਾ। ਉਹਨੇ ਸਾਡੇ ਨੰਗਾ ਫਕੀਰਾਂ ਤੋਂ ਕੀ ਲੈਣਾ ਹੈ? ਜੇ ਉਹਨੇ ਹਮਲਾ ਕੀਤਾ ਉਹ ਸਾਡੇ ਤੇ ਥੋੜਾ ਹਮਲਾ ਕਰੇਗਾ। ਸਾਡੇ ਕੋਲ ਕਿਹੜਾ ਕੋਈ ਪਾਤਸ਼ਾਹੀ ਹੈ ਜਿਹੜੀ ਬੰਦੇ ਬਹਾਦਰ ਨੇ ਸਾਡੇ ਕੋਲੋਂ ਖੋਹ ਲੈਣੀ ਹੈ? ਜੇ ਉਹਨੇ ਹਮਲਾ ਵੀ ਕਰਨਾ ਹੋਇਆ ਤੇ ਉਹ ਹਮਲਾ ਉੱਥੇ ਕਰੇਗਾ ਜਿੱਥੇ ਨਵਾਬ ਬੈਠਾ ਹੋਵੇਗਾ। ਆਉਗ ਆਪ ਸੋ ਊਹਾ ਤਾਬ। ਉੱਥੇ ਹੀ ਚੜ ਕੇ ਆਵੇਗਾ ਜਿੱਥੇ ਨਵਾਬ ਬੈਠਾ ਹੋਵੇਗਾ। ਫਿਰ ਨਵਾਬ ਜਾਣੇ ਤੇ ਬੰਦਾ ਬਹਾਦਰ ਜਾਣੇ। ਜਿਹੜੀਆਂ ਰਸਤਾਂ ਮਿਲਦੀਆਂ ਉਹ ਤਾਂ ਲਓ, ਜਿਹੜੀਆਂ ਸੋਨੇ ਦੀਆਂ ਮੋਹਰਾਂ ਮਿਲਦੀਆਂ ਨੇ ਉਹ ਤਾਂ ਖੀਸੇ ਵਿੱਚ ਪਾਓ, ਬਾਕੀ ਬਾਅਦ ਦੀ ਬਾਅਦ ਵਿੱਚ ਵੇਖੀ ਜਾਵੇਗੀ। ਉਹ ਕਹੈ ਉਸ ਪੈ ਹੈ ਵੀਰ। ਹੁਣ ਉਹਨਾਂ ਵਿੱਚੋਂ ਕਈ ਇਦਾਂ ਦੇ ਸਨ ਜਿਹੜੇ ਕਹਿੰਦੇ ਨੇ ਕਿ ਬੰਦੇ ਬਹਾਦਰ ਕੋਲ ਵੀਰ ਹਨ। ਉਹ ਕਹੈ ਉਸ ਗੁਰ ਦੇ ਤੀਰ। ਕਈ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਆਪਣੇ 5 ਤੀਰ ਭੱਥੇ ਦੇ ਬੰਦੇ ਬਹਾਦਰ ਨੂੰ ਦਿੱਤੇ ਹਨ। ਰਹਿ ਵੀ ਨਾਨਕ ਕੋ ਕਰ ਭਾਰੀ। ਗੁਰੂ ਨਾਨਕ ਸਾਹਿਬ ਦਾ ਘਰ ਬੜਾ ਭਾਰੀ, ਬੜਾ ਮਹਾਨ ਹੈ, ਤੇ ਬੰਦਾ ਬਹਾਦਰ ਉਸੇ ਘਰ ਦਾ ਸੇਵਕ ਦਾਸ ਹੈ। ਕਦੇ ਨਾ ਹੋਗ ਤੁਰਕਨ ਤੇ ਹਾਰੀ। ਇਹ ਕਦੇ ਨਹੀਂ ਹੋ ਸਕਦਾ ਕਿ ਬੰਦਾ ਬਹਾਦਰ ਤੁਰਕਾਂ ਤੋਂ ਹਾਰ ਜਾਏ। ਕਿਸੇ ਦੀ ਤਾਕਤ ਨਹੀਂ ਕਿ ਬੰਦੇ ਬਹਾਦਰ ਨੂੰ ਸ਼ਿਕਸਤ ਦੇ ਦੇਵੇ। ਕੀਮਾ ਉਸ ਲੋਕ ਸੋ ਕਹਤੇ ਜਾਏ। ਲਾਹੌਰ ਦਾ ਸੂਬੇਦਾਰ, ਉਹਦੇ ਜਿਹੜੇ ਸੇਵਕ, ਫੌਜੀ, ਸਿਪਾਹੀ, ਕਾਜੀ, ਮੌਲਾਣੇ ਆਦਿਕ ਆਪਣੇ ਆਪਣੇ ਤਰੀਕੇ ਨਾਲ ਇਹੋ ਜੀਆਂ ਗੱਲਾਂ ਕਹਿੰਦੇ ਜਾ ਰਹੇ ਹਨ। ਜੋ ਜੀ ਆਵੈ ਮਨ ਹੀ ਮਾਹੇ। ਉਸ ਸਮੇਂ ਕਿਸੇ ਦੇ ਜੋ ਜੀ ਵਿੱਚ ਆਉਂਦਾ, ਮਨ ਵਿੱਚ ਆਉਂਦਾ, ਆਪਣੇ ਤਰੀਕੇ ਨਾਲ ਕਹੀ ਜਾਂਦਾ। ਸੱਚ ਕਿਸੇ ਨੂੰ ਨਹੀਂ ਪਤਾ। ਭਾਵੇਂ ਕੋਈ ਜਿੰਨਾ ਮਰਜ਼ੀ ਦਾਅਵਾ ਕਰ ਲੈ ਨਾ ਵੀ ਬੰਦਾ ਬਹਾਦਰ ਇਸ ਤਰ੍ਹਾਂ ਦਾ ਆ, ਜਾਂ ਬੰਦਾ ਬਹਾਦਰ ਇਸ ਤਰ੍ਹਾਂ ਦਾ, ਜਾਂ ਮੈਂ ਇਸ ਤਰ੍ਹਾਂ ਕਰ ਲਵਾਂਗਾ। ਹਰ ਕੋਈ ਕੇਵਲ ਨਵਾਬ ਨੂੰ ਖੁਸ਼ ਕਰਨ ਲਈ ਇਹੋ ਜਿਹੀਆਂ ਗੱਲਾਂ ਕਹਿੰਦਾ ਹੈ, ਪਰ ਅਸਲੀਅਤ ਸੱਚ ਜਿਹੜਾ ਉਹ ਕਿਸੇ ਨੂੰ ਵੀ ਪਤਾ ਨਹੀਂ। ਮਨ ਆਈ ਗੱਲ ਆਪਣੀ ਕਹਿੰਦੇ ਹਨ। ਫੇਰ ਨਿਵਾਬ ਨੇ ਕੱਲੇ ਵਕੀਲ। ਫਿਰ ਲਾਹੌਰ ਦੇ ਸੂਬੇਦਾਰ ਨੇ ਆਪਣੇ ਵਕੀਲ ਸੇਵਕ, ਆਪਣੇ ਵਕੀਲ ਅਹਿਲਕਾਰ ਭੇਜੇ ਹਨ। ਸਾਥ ਮਾਇਆ ਦਈ ਲੱਗ ਕੇ ਫੀਲ। ਇੱਕ ਫੀਲ ਦਿੱਤਾ। ਫੀਲ ਹਾਥੀ ਨੂੰ ਕਹਿੰਦੇ ਨੇ।
ਇੱਕ ਹਾਥੀ ਦੇ ਦਿੱਤਾ, ਉਹਦੇ ਤੇ ਮਾਇਆ ਆਦਿਕ ਲੱਦੀ ਹੋਈ ਹੈ, ਟਕੇ ਲੱਦੇ ਹੋਏ ਨੇ। ਇਹਨਾਂ ਵਾਅਦਾ ਕੀਤਾ ਸੀ ਵੀ 1 ਲੱਖ ਟਕਾ ਤੈਨੂੰ ਦੇਵਾਂਗੇ ਬੰਦੇ ਬਹਾਦਰ ਨੂੰ। ਇਸ ਤਰ੍ਹਾਂ ਹਾਥੀ ਜਿਹੜਾ ਉਹ ਟਕਿਆਂ ਦੇ ਨਾਲ ਲੱਦਿਆ ਹੋਇਆ ਬੰਦੇ ਬਹਾਦਰ ਵੱਲ ਭੇਜ ਦਿੱਤਾ ਹੈ। ਤਬ ਬੰਦੇ ਕੇ ਦਾਸਨ ਕਹਿਓ, ਬੰਦਾ ਬਹਾਦਰ ਦੇ ਜਿਹੜੇ ਦਾਸ ਬੰਦਈ ਸਨ, ਉਹਨਾਂ ਨੇ ਇਸ ਤਰ੍ਹਾਂ ਬਚਨ ਕਹੇ ਹਨ। ਭਈ ਭਈ ਕੁਰਗ ਹਮ ਮਿਲ ਪਇਓ। ਆਖਣ ਲੱਗੇ ਬੰਦੇ ਬਹਾਦਰ ਨੂੰ ਕਿ ਬਾਬਾ ਜੀ ਚੰਗਾ ਕੀਤਾ ਵੀ ਆਪਾਂ ਤੁਰਕਾਂ ਨੂੰ ਮਿਲ ਪਏ ਆ ਤੇ ਤੁਰਕ ਸਾਨੂੰ ਮਿਲ ਪਏ ਹਨ। ਮੈਂ ਪੂਰਜ ਇਸ ਸਮਝ ਨਾ ਕਈ। ਹੁਣ ਉਹ ਤਾਂ ਇਹ ਸੋਚਦੇ ਨੇ ਵੀ ਇਹ ਟਕੇ ਲੈ ਕੇ ਆ ਰਹੇ ਨੇ, ਪਰ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਮੂਰਖ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ ਕਿ ਇਹ ਬਹੁਤ ਵੱਡੀ ਰਾਜਨੀਤੀ ਦਾ ਛੜਯੰਤਰ ਹੈ ਜਿਹੜਾ ਤੁਰਕ 4 ਚਫੇਰੇ ਇਹਨਾਂ ਦੇ ਰਚ ਰਹੇ ਹਨ। ਮਿਲੇ ਜਿਮ ਤੁਰਕ ਆਵਤ ਸ਼ਈ। ਜਿਵੇਂ ਬਿੱਲਾ ਹੁੰਦਾ ਨਾ, ਉਹ ਜਦੋਂ ਸ਼ਿਕਾਰ ਕਰਦਾ ਤੇ ਸਾਧ ਜਿਹਾ ਬਣ ਕੇ ਖਲੋਤਾ ਹੁੰਦਾ ਹੈ, ਤੇ ਜਦੋਂ ਸ਼ਿਕਾਰ ਆਉਂਦਾ ਫਿਰ ਝਪਟਾ ਮਾਰਦਾ ਤੇ ਨਾਲ ਹੀ ਮਾਰ ਮੁਕਾਉਂਦਾ ਹੈ। ਬਗਲਾ ਵੀ ਹੈ ਨਾ, ਬਗਲੇ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਹੁੰਦਾ, ਸਾਧੂ ਜਿਹਾ ਬਣ ਕੇ ਬੈਠਾ ਹੁੰਦਾ, ਖਲੋਤਾ ਹੁੰਦਾ ਹੈ। ਪਰ ਮੱਛੀ ਨੂੰ ਤਾਰ ਲਾਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਵੀ ਮੱਛੀ ਦੇ ਉੱਤੇ ਧਿਆਨ ਜੋੜਿਆ ਹੁੰਦਾ, ਜਦੋਂ ਆਉਂਦੀ ਤੇ ਝਪਟਾ ਮਾਰ ਜਾਂਦਾ। ਬੱਗ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ। ਪਖੰਡੀ ਵੀ ਐਂ ਕਰਦੇ ਨੇ ਨਾ, ਅੱਖਾਂ ਜੀਆਂ ਬੰਦ ਕੀਤੀਆਂ ਹੁੰਦੀਆਂ ਨੇ ਤੇ ਲੋਕਾਂ ਨੂੰ ਜਾਪਦਾ ਵੀ ਇਹਦੇ ਤੋਂ ਵੱਡਾ ਸੰਤ ਭਾਵੇਂ ਕੋਈ ਨਾ ਹੋਵੇ। ਪਰ ਸੁਭਾਅ ਕੀ ਹੈ, ਮਹਾਰਾਜ ਕਹਿੰਦੇ ਨੇ ਵੀ ਬਗਲੇ ਵਾਂਗੂ ਧਿਆਨ ਲਾ ਕੇ ਬਹਿ ਗਿਆ, ਅਸਲ ਵਿੱਚ ਅੰਦਰੋਂ ਮਾਇਆ ਧਾਰੀ ਹੈ, ਅੰਦਰੋਂ ਸੁਰਤ ਮਾਇਆ ਦੇ ਨਾਲ ਜੁੜੀ ਹੋਈ, ਪਦਾਰਥਾਂ ਦੇ ਨਾਲ ਜੁੜੀ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਬੜਾ ਮਹਾਨ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬੜੀਆਂ ਐਗਜ਼ਾਮਪਲਾਂ ਦਿੱਤੀਆਂ ਸਤਿਗੁਰਾਂ ਨੇ ਸਮੇਂ ਦੇ ਵਿੱਚ, ਤੇ ਬੜੀਆਂ ਸੌਖੀਆਂ ਤੇ ਸਿੰਪਲ ਐਗਜ਼ਾਮਪਲਾਂ ਨੇ ਮਨੁੱਖ ਨੂੰ ਸਮਝਾਉਣ ਦੇ ਲਈ। ਜਿਵੇਂ ਬਿੱਲਾ ਧਿਆਨ ਲਾ ਕੇ ਬੈਠਾ ਹੁੰਦਾ ਨਾ ਤੇ ਆਪਣੇ ਸ਼ਿਕਾਰ ਨੂੰ ਤੱਕਦਾ ਹੁੰਦਾ ਹੈ, ਤੇ ਬਿੱਲੇ ਵਾਂਗੂ ਜਿਹੜੇ ਤੁਰਕ ਨੇ ਉਹ ਸ਼ਿਕਾਰ ਆਪਣਾ ਬਾਬੇ ਬੰਦੇ ਬਹਾਦਰ ਨੂੰ ਬਣਾਉਣ ਵਾਸਤੇ ਬੈਠੇ ਹੋਏ ਨੇ, ਮੌਕੇ ਦੀ ਤਾਕ ਦੇ ਵਿੱਚ, ਮੌਕੇ ਦੀ ਭਾਲ ਦੇ ਵਿੱਚ ਹਨ। ਦੋਹਰਾ ਵਕੀਲ ਸੋ ਬੰਦੇ ਕੋ ਕਹਿਓ, ਤੁਮ ਕਹਿਓ ਨਿਵਾਬ ਸਲਾਮ। ਜਿਹੜੇ ਵਕੀਲ ਸਨ ਬਾਬਾ ਬੰਦਾ ਬਹਾਦਰ ਦੇ ਪਾਸ ਗਏ ਤੇ ਜਾ ਕੇ ਆਖਣ ਲੱਗੇ, ਬਾਬਾ ਜੀ ਤੁਹਾਨੂੰ ਲਾਹੌਰ ਦਾ ਸੂਬੇਦਾਰ ਸਲਾਮ ਕਹਿੰਦਾ ਹੈ। ਮੈਂ ਕਰਨੇ ਆਇਓ ਪੀਰ ਤੁਮ ਹੋਏ ਸਿੱਖ ਕਰੂ ਤੋ ਕਾਮ। ਨਵਾਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਆਪਣਾ ਪੀਰ ਬਣਾਉਣ ਵਾਸਤੇ ਆਇਆ, ਗੁਰੂ ਬਣਾਉਣ ਵਾਸਤੇ ਆਇਆ, ਤੇ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾਓ ਤਾਂ ਕਿ ਸਾਡੇ ਸਾਰੇ ਕਾਰਜ ਹੋ ਜਾਣ। ਇਸ ਤਰ੍ਹਾਂ ਵਕੀਲ ਨੇ ਫਿਰ ਬੰਦੇ ਬਹਾਦਰ ਨੂੰ ਆਖਿਆ ਹੈ ਕਿ ਸਾਡੇ ਨਵਾਬ ਨੇ ਤੁਹਾਨੂੰ ਬਹੁਤ ਵੱਡਾ ਪੀਰ ਜਾਣਿਆ ਹੈ, ਇਸ ਸਮੇਂ ਵਿੱਚ ਤੁਹਾਡੇ ਤੋਂ ਵੱਡਾ ਕੋਈ ਪੀਰ ਨਹੀਂ। ਇਸ ਗੱਲ ਨੂੰ ਸਾਡਾ ਨਵਾਬ ਸਮਝ ਗਿਆ ਹੈ। ਅਸੀਂ ਸਾਰੇ ਇਕੱਤਰ ਹੋ ਕੇ ਤੁਹਾਨੂੰ ਸਲਾਮ ਕਰਨ ਵਾਸਤੇ ਆਏ ਹਾਂ। ਇਸ ਕਰਕੇ ਪੀਰ ਜੀ ਤੁਸੀਂ ਇੱਕ ਥਾਂ ਤੇ ਡੇਰਾ ਰੱਖਣਾ ਹੈ, ਜਗ੍ਹਾ ਛੱਡ ਕੇ ਨਹੀਂ ਜਾਣੀ। ਇਹ ਗੱਲ ਤਤ ਖਾਲਸੇ ਨੂੰ ਵੀ ਆਖੀ ਇਹਨਾਂ ਨੇ, ਪਰ ਸਿੰਘ ਵਿਸ਼ਵਾਸ ਨਹੀਂ ਸਨ ਕਰਦੇ। ਮਹਾਰਾਜ ਕਲਗੀਧਰ ਜੀ ਦਾ ਹੁਕਮ ਸੀ ਕਿ ਮਲੇਸ਼ ਤੇ ਵਿਸ਼ਵਾਸ ਨਹੀਂ ਕਰਨਾ, ਮੇਰੇ ਖਾਲਸੇ ਨੇ ਕਦੇ ਭੁੱਲ ਕੇ ਵਿਸ਼ਵਾਸ ਕਰੋਗੇ ਤੇ ਖਦਾ ਖਾਓਗੇ। ਵਿਸ਼ਵਾਸ ਕਰੋ ਆਪਣੇ ਗੁਰੂ ਤੇ। ਹਾਂ, ਅੱਖਾਂ ਜ਼ਰੂਰ ਖੁੱਲੀਆਂ ਰੱਖੋ, ਜੇ ਕਿਸੇ ਨਾਲ ਗੱਲ ਕਰਦੇ ਹੋ, ਕਿਸੇ ਨਾਲ ਵਪਾਰ ਕਰਦੇ ਹੋ, ਅੱਖਾਂ ਤੁਹਾਡੀਆਂ ਖੁੱਲੀਆਂ ਹੋਣੀਆਂ ਚਾਹੀਦੀਆਂ। ਵਿਸ਼ਵਾਸ ਜਿਹੜਾ ਅੱਖਾਂ ਬੰਦ ਕਰਕੇ ਮਨੁੱਖ ਕਰਦਾ ਤੇ ਖਤਾ ਖਾਂਦਾ ਹੈ। ਵਿਸ਼ਵਾਸ ਹੋਵੇ ਪਰ ਅੱਖਾਂ ਵੀ ਨਾਲ ਖੁੱਲੀਆਂ ਹੋਵਣ। ਖਾਲਸਾ ਜਿਹੜਾ ਆ ਉਹਨਾਂ ਦੀਆਂ ਗੱਲਾਂ ਸੁਣਦਾ ਪਰ ਅੱਖਾਂ ਖੁੱਲੀਆਂ ਸਨ, ਇਸ ਕਰਕੇ ਆਪਣਾ ਪੜਾਅ ਉਹ ਬਦਲਦੇ ਰਹਿੰਦੇ ਸਨ, ਇੱਕ ਜਗ੍ਹਾ ਤੇ ਨਹੀਂ ਸਨ ਬਹਿੰਦੇ। ਇਸ ਪ੍ਰਕਾਰ ਸਾਧ ਸੰਗਤ ਜੀ ਬਾਬਾ ਬੰਦਾ ਬਹਾਦਰ ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹਨਾਂ ਤੇ ਭਰੋਸਾ ਕਰ ਲਿਆ, ਤੇ ਵਕੀਲ ਕਹਿਣ ਲੱਗੇ ਕਿ ਤੁਸੀਂ ਇੱਕ ਥਾਂ ਤੇ ਟਿਕਾਣਾ ਰੱਖੋ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਜਿਹੜਾ ਪਾਤਸ਼ਾਹ ਹੈ ਉਹਨੇ ਆਪ ਤੁਹਾਡੇ ਕੋਲੇ ਭੇਟਾਵਾਂ ਭੇਜੀਆਂ ਹਨ। ਇਸ ਪ੍ਰਕਾਰ ਇਹ ਚੰਗੀਆਂ ਭੇਟਾਵਾਂ ਜਿਹੜੀਆਂ ਹਨ ਆਪ ਜੀ ਵਾਸਤੇ ਲੈ ਕਰਕੇ ਆਏ ਹਾਂ। ਜਹਾਂ ਕਹਾਂ ਤੇ ਲਿਆਵੇ ਪਾਹੇ,
ਜਿੱਥੋਂ ਦਾ ਕੋਈ ਰਾਜ ਹੋਵੇਗਾ, ਕੋਈ ਜਗੀਰ ਹੋਵੇਗੀ, ਕੋਈ ਪਟਾ ਹੋਏਗਾ ਨਾ, ਤੁਸੀਂ ਇੱਕ ਵਾਰੀ ਕਹਿ ਦਿਓ ਅਸੀਂ ਉੱਥੋਂ ਦਾ ਜਗੀਰ, ਉੱਥੋਂ ਦਾ ਪਟਾ ਲਿਆ ਕੇ ਤੁਹਾਨੂੰ ਦੇ ਦਿਆਂਗੇ। ਜਿਤਨੋ ਮੁਲਕ ਚਾਹੋ ਸੋ ਲਿਹ। ਪੀਰ ਜੀ ਜਿਤਨਾ ਕੁ ਮੁਲਕ ਤੁਹਾਨੂੰ ਚਾਹੀਦਾ ਨਾ ਤੁਸੀਂ ਲੈ ਲਓ। ਇੱਕ ਵਾਰੀ ਕਹਿ ਦਿਓ ਵੀ ਤੁਹਾਨੂੰ ਕਿਹੜਾ ਇਲਾਕਾ ਚਾਹੀਦਾ, ਤੁਰੰਤ ਤੁਹਾਡੇ ਨਾਮ ਕਰ ਦਿੱਤਾ ਜਾਏਗਾ। ਕਰੋ ਉਗਰਾਹੀ ਮੁਲਕ ਵਿਸੇਹੋ। ਇਸ ਤਰ੍ਹਾਂ ਤੁਸੀਂ ਜਿਸ ਇਲਾਕੇ ਵਿੱਚੋਂ ਚਾਹੁੰਦੇ ਹੋ ਟੈਕਸ ਮਾਮਲਾ ਉਗਰਾ ਲਓ ਤੇ ਆਪਣਾ ਮੁਲਕ ਵਸਾ ਲਓ। ਲੋਕ ਗਰੀਬਨ ਕਿਉ ਦੁਖ ਦੇਹੋ। ਤੁਸੀਂ ਗਰੀਬ ਲੋਕਾਂ ਨੂੰ ਇੰਨਾ ਦੁੱਖ ਕਿਉਂ ਦਿੰਦੇ ਹੋ? ਤੀਜੇ ਚੌਥੇ ਦਿਨ ਸ਼ਸਤਰ ਲੈ ਕੇ ਤੇ ਪਿੰਡਾਂ ਨਗਰਾਂ ਵਿੱਚ ਹਮਲਾ ਕਰ ਦਿੰਦੇ ਹੋ, ਗਰੀਬ ਲੋਕ ਦੁਖੀ ਕਰਦੇ ਹੋ। ਉਨ ਸੁਖ ਦੇ ਆਪ ਸੁਖ ਲੇਹੋ। ਆਪਣਾ ਮੁਲਕ ਵਸਾ ਲਓ ਤੇ ਉਹਨਾਂ ਨੂੰ ਵੀ ਸੁੱਖ ਦਿਓ ਤੇ ਆਪ ਵੀ ਸੁੱਖਾਂ ਦੀ ਪ੍ਰਾਪਤੀ ਕਰੋ। ਕਹੈ ਤੂੰ ਖਾਲਸੇ ਹਮ ਕੱਢ ਦੇਵੈ। ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਖਾਲਸੇ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ, ਤੂੰ ਸੋ ਫਿਰ ਨਾ ਹੈ ਦੰਗੇ ਕਰੇਵੈ। ਤੇ ਚੰਗੀ ਗੱਲ ਹੈ, ਪਰ ਤੂੰ ਸਾਨੂੰ ਹੁਕਮ ਕਰ। ਤੂੰ ਆਪ ਖਾਲਸੇ ਨੂੰ ਪੰਜਾਬ ਚੋਂ ਬਾਹਰ ਕੱਢਣਾ ਚਾਹੁੰਦਾ, ਸਾਨੂੰ ਹੁਕਮ ਕਰ, ਅਸੀਂ ਖਾਲਸੇ ਨੂੰ ਪੰਜਾਬ ਚੋਂ ਬਾਹਰ ਕੱਢ ਦਿੰਦੇ ਆ। ਤੁਰਕ ਕਹਿੰਦੇ ਉਹ ਮੁੜ ਕੇ ਤੇਰੇ ਨਾਲ ਦੰਗਾ ਨਹੀਂ ਕਰਨਗੇ, ਲੜਾਈ ਨਹੀਂ ਕਰਨਗੇ। ਦੇਵੈ ਤੁਮੈ ਚਰਨ ਆਏ ਕਰੈ। ਤੇ ਜੇਕਰ ਉਹ ਤੁਹਾਡੇ ਚਰਨਾਂ ਦੇ ਵਿੱਚ ਆ ਜਾਣ ਤਤ ਖਾਲਸਾ ਵਾਲੇ ਤੇ ਆ ਕੇ ਮਾਫੀ ਮੰਗ ਲੈਣ ਤੋ ਇਤ ਦੇਸ ਮੰਗ ਗੁਜਰੈ ਕਰੈ। ਤੇ ਫਿਰ ਇਹ ਸਾਡਾ ਵਾਅਦਾ ਹੈ ਕਿ ਉਹ ਤਤ ਖਾਲਸੇ ਵਾਲੇ ਨਾ ਇਸ ਦੇਸ਼ ਵਿੱਚ ਮੰਗ ਕੇ ਗੁਜ਼ਾਰਾ ਕਰਨਗੇ। ਪਹਿਲੀ ਗੱਲ, ਜੇ ਹੁਕਮ ਕਰੋ ਤੇ ਉਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੰਦੇ ਆ, ਪਰ ਜੇ ਉਹ ਤੁਹਾਡੀ ਸ਼ਰਨ ਆ ਜਾਂਦੇ ਨੇ ਫਿਰ ਉਹ ਪੰਜਾਬ ਦੇ ਵਿੱਚ, ਇਸ ਦੇਸ਼ ਦੇ ਵਿੱਚ ਮੰਗ ਕੇ ਗੁਜ਼ਾਰਾ ਕਰਨਗੇ। ਕਈ ਹਜ਼ਾਰ ਹਮ ਲਿਆਏ ਕੁਰਾਨ। ਆ ਵੇਖੋ ਅਸੀਂ ਆਪਣੇ ਨਾਲ ਕਈ ਹਜ਼ਾਰ ਕੁਰਾਨਾਂ ਲੈ ਕੇ ਆਏ ਹਾਂ। ਕਸਮ ਕਰਨ ਤੁਮਰੇ ਸੰਗ ਜਾਨ। ਤੁਸੀਂ ਇਹ ਗੱਲ ਮਨ ਵਿੱਚ ਜਾਣ ਲਓ ਵੀ ਇਹ ਕੁਰਾਨ ਜਿਹੜੀ ਅਸੀਂ ਲੈ ਕੇ ਆਏ ਆ ਨਾ ਕਈ ਹਜ਼ਾਰ, ਇਹ ਕਸਮ ਖਾਣ ਵਾਸਤੇ ਲੈ ਕੇ ਆਏ ਆ। ਅਸੀਂ ਤੁਹਾਡੇ ਸਾਹਮਣੇ ਸਹੁੰ ਖਾਂਦੇ ਹਾਂ। ਦੋਹਰਾ ਐਸੀ ਐਸੀ ਬਾਤ ਕਰ ਭੇਜਿਓ ਬਹੁ ਸਮਝਾਏ। ਇਸ ਤਰ੍ਹਾਂ ਫਰਖਸ਼ਰ ਨੇ ਇਹੋ ਜੀਆਂ ਜਿਹੜੀਆਂ ਗੱਲਾਂ ਸਨ ਉਹ ਕਹਿ ਕੇ ਵਕੀਲਾਂ ਨੂੰ ਸਮਝਾ ਕੇ ਬੰਦਾ ਸਿੰਘ ਦੇ ਪਾਸ ਭੇਜਿਆ ਸੀ। ਬੰਦੇ ਕੇ ਜੋ ਸਿੱਖ ਹੋਤੇ ਸੋ ਲੀਨੇ ਪਰਮਾਏ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਿੱਖ ਸਨ, ਵਕੀਲਾਂ ਨੇ ਉਹਨਾਂ ਨੂੰ ਵੀ ਭਰਮਾ ਲਿਆ ਤੇ ਉਹਨਾਂ ਅੱਗੋਂ ਸੇਵਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੱਲਾਂ ਕਹਿ ਕਹਿ ਕੇ ਭਰਮਾ ਲਿਆ ਹੈ। ਜੋ ਕੋਈ ਉਨਤੇ ਬਾਤਾਂ ਬਹੁਤ ਕਹਾਈਆਂ। ਵਕੀਲਾਂ ਨੇ ਬੰਦੇ ਬਹਾਦਰ ਦੇ ਚੇਲਿਆਂ ਕੋਲੋਂ ਬਹੁਤ ਸਾਰੀਆਂ ਗੱਲਾਂ ਬਾਬਾ ਬੰਦਾ ਸਿੰਘ ਨੂੰ ਕਹਾ ਦਿੱਤੀਆਂ ਹਨ। ਇੱਕ ਗੱਲੋਂ ਉਨ ਮਨੋ ਬਣਾਈਆ। ਉਹਨਾਂ ਚੇਲਿਆਂ ਨੇ ਕਈ ਗੱਲਾਂ ਜਿਹੜੀਆਂ ਸਨ ਮਨ ਘੜਤ ਗੱਲਾਂ ਆਪਣੇ ਕੋਲੋਂ ਹੀ ਬਣਾ ਕੇ ਬੰਦਾ ਸਿੰਘ ਨੂੰ ਸੁਣਾ ਦਿੱਤੀਆਂ। ਕਈ ਸੁਲਤਾਨੀ ਹਿੰਦੂ ਪਰਮਾਏ। ਕੁਝ ਸੁਲਤਾਨੀਏ ਸਨ, ਅਸਲੀਅਤ ਵਿੱਚ ਉਹ ਨਾ ਹਿੰਦੂ ਸਨ ਤੇ ਨਾ ਉਹ ਮੁਸਲਮਾਨ ਸਨ, ਜਿਨ੍ਹਾਂ ਦਾ ਜ਼ਿਕਰ ਪਿੱਛੇ ਜੀ ਦਾਸ ਨੇ ਵੀ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਨਗਾਹਾ ਇੱਕ ਪਿੰਡ ਹੈ, ਉੱਥੇ ਇਹਨਾਂ ਦਾ ਵੱਡਾ ਵਡੇਰਾ ਆਇਆ ਸੀ, ਉੱਥੇ ਮਰ ਗਿਆ ਸੀ ਤੇ ਉਹਦੀ ਕਬਰ ਤੇ ਵੀਰਵਾਰ ਦੀਵਾ ਜਗਾਉਣਾ ਜਿਹੜਾ ਪ੍ਰਚਲਿਤ ਹੋ ਗਿਆ। ਆ ਲਾਲਾਂ ਵਾਲਾ, ਆ ਲੱਖ ਦਾਤਾ ਵਾਲਾ, ਨਗਾਹੇ ਵਾਲਾ, ਗੁੱਗੇ ਵਾਲਾ, ਇਹ ਸਭ ਉਹੀ ਹੈ ਜਿਹਨੂੰ ਸਾਡੇ ਪੰਜਾਬ ਦੇ ਲੋਕ ਪੂਜੀ ਜਾਂਦੇ ਨੇ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਜਿਹੜੇ ਇਹਨਾਂ ਨੂੰ ਪੂਜਦੇ ਨੇ ਅਸਲ ਦੇ ਵਿੱਚ ਉਹ ਨਾ ਤਾਂ ਸਿੱਖ ਨੇ, ਨਾ ਉਹ ਹਿੰਦੂ ਨੇ, ਨਾ ਉਹ ਮੁਸਲਮਾਨ ਨੇ, ਉਹਨਾਂ ਦਾ ਕੋਈ ਧਰਮ ਨਹੀਂ, ਉਹ ਮੂਰਖ ਲੋਕਾਂ ਦਾ ਉਹਨਾਂ ਦਾ, ਜਿਹੜੇ ਇਹੋ ਜਿਹੇ ਕਰਮ ਕਰਦੇ ਨੇ। ਮਹਾਰਾਜ ਕਲਗੀਧਰ ਜੀ ਨੇ ਤੇ ਆਖਿਆ ਸੀ ਕਿ ਮੜੀ ਤੇ ਮੱਠ ਜਿਹੜਾ ਹੈ ਇਹਨੂੰ ਸਿੱਖ ਨੇ ਕਦੇ ਭੁੱਲ ਕੇ ਵੀ ਨਹੀਂ ਪੂਜਣਾ। ਗੋਰ ਮੜੀ ਮੱਠ ਭੂਲ ਨਾ ਮੰਨੈ, ਗੋਰ ਕਬਰ ਨੂੰ ਕਹਿੰਦੇ ਨੇ। ਇਸੇ ਤਰ੍ਹਾਂ ਕਬਰ ਹੋ ਗਈ, ਆ ਮੜੀ ਹੋ ਗਈ ਜਿੱਥੇ ਲੋਕ ਜਾ ਕੇ ਦੀਵਾ ਜਗਾਉਂਦੇ ਨੇ। ਮੱਠ ਆਦਿਕ ਜਿਹੜੇ ਬਣੇ ਹੋਏ ਨੇ, ਹੁਣ ਵੀ ਕੋਈ ਚੜ੍ਹਾਈ ਕਰ ਜਾਏ ਤੇ ਸਾਡੇ ਸਿੱਖਾਂ ਨੇ ਵੀ ਤੌਰ ਅਪਣਾ ਲਈ ਵੀ ਉਹਦੀ ਕਬਰ ਬਣਾ ਛੱਡਦੇ ਨੇ ਪੂਜਾ ਕਰਨ ਵਾਸਤੇ, ਮਾਇਆ ਦੀ ਖਾਤਰ। ਮਹਾਰਾਜ ਨੇ ਤੇ ਸਾਨੂੰ ਮਨਾ ਕੀਤਾ ਸੀ ਨਾ ਕੋ ਕਰਮਾਂ ਤੋਂ, ਤੇ ਅਸੀਂ ਉਸੇ ਰਾਹ ਤੁਰ ਪਏ ਵੀ ਫਲਾਣਾ ਚੜ੍ਹਾਈ ਕਰ ਗਿਆ ਜੀ, ਕਬਰ ਬਣਾ ਲਓ, ਜਗ੍ਹਾ ਬਣਾ ਲਓ। ਗੁਰੂ ਸਾਹਿਬ ਦੀ ਘਰ ਦੀ ਮਰਿਆਦਾ ਵੀ ਕੋਈ ਮਹਾਂਪੁਰਸ਼ ਹੋਵੇ, ਕੋਈ ਬੰਦਗੀ ਵਾਲੀ ਰੂਹ ਹੋਵੇ, ਚਲੋ ਉਹਨਾਂ ਦਾ ਸਥਾਨ ਯਾਦਗਾਰੀ ਗੁਰੂ ਘਰ ਬਣਾ ਦਿੱਤਾ ਜਾਂਦਾ ਹੈ, ਪਰ ਕਬਰ ਬਣਾ ਕੇ ਪੂਜਣੀ ਇਹ ਸਿੱਖ ਧਰਮ ਦੇ ਅਨੁਸਾਰ ਨਹੀਂ, ਇਹ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਨਹੀਂ ਆਉਂਦੀ। ਇਸ ਕਰਕੇ ਮਹਾਰਾਜ ਤਾਂ ਕਹਿੰਦੇ ਮੈਂ ਕਬਰਾਂ ਨੂੰ, ਬੁੱਤਾਂ ਨੂੰ ਭੰਨਣ ਵਾਲਾ, ਤੇ ਅਸੀਂ ਫਿਰ ਕਬਰਾਂ ਬਣਾਈ ਜਾਈਏ ਤੇ ਪੂਜੀ ਜਾਈਏ, ਇਹ ਵੀ ਗੱਲ ਗਲਤ ਹੈ ਨਾ। ਕੋਈ ਮਰਿਆਦਾ ਵਿੱਚ ਇਹ ਗੱਲ ਨਹੀਂ ਆਉਂਦੀ। ਨਿਸ਼ਾਨ ਲਾ ਦੇਣਾ ਕਿਸੇ ਮਹਾਂਪੁਰਖ ਦੀ
ਜਗ੍ਹਾ ਬਣਾ ਦੇਣੀ, ਕੋਈ ਯਾਦਗਾਰੀ ਬਣਾ ਦੇਣੀ, ਉਹ ਵੱਖਰੀ ਚੀਜ਼ ਹੈ। ਪਰ ਕਬਰ ਬਣਾ ਕੇ ਪੂਜਣਾ ਉਹ ਗਲਤ ਗੱਲ ਹੈ। ਫਿਰ ਤਾਂ ਬਾਣੀ ਦਾ ਸਿਧਾਂਤ ਉਹਦੇ ਨਾਲੋਂ ਅਸੀਂ ਵੱਖਰੇ ਤੁਰ ਪਏ ਜੀ। ਮੜੀ ਗੌਰ ਮੜੀ ਮਠ ਭੂਲਣਾ ਮਨ ਹੈ। ਮਹਾਰਾਜ ਤਾਂ ਕਹਿੰਦੇ ਤੁਸੀਂ ਇਹਨਾਂ ਨੂੰ ਮੰਨਣਾ ਨਹੀਂ, ਤੇ ਅਸੀਂ ਫਿਰ ਉਹੀ ਕਬਰਾਂ ਬਣਾ ਲਈਆਂ। ਫਿਰ ਦੋ ਗੱਲਾਂ ਨਹੀਂ ਨਾ ਹੋ ਸਕਦੀਆਂ, ਜਾਂ ਤਾਂ ਅਸੀਂ ਗੁਰੂ ਦੇ ਸਿੱਖ ਨਹੀਂ, ਜਾਂ ਫਿਰ ਅਸੀਂ ਕਬਰਾਂ ਦੇ ਸਿੱਖ ਹਾਂ, ਇੱਕੋ ਹੀ ਗੱਲ ਹੋਵੇਗੀ। ਇਸ ਕਰਕੇ ਸਾਧ ਸੰਗਤ ਜੀ, ਇੱਧਰ ਕਈ ਕੁ ਗੱਲਾਂ ਉਹਨਾਂ ਮਨੋਂ ਬਣਾਈਆਂ, ਉਹਨਾਂ ਨੇ ਕਈ ਮਨ ਘੜਤ ਗੱਲਾਂ ਬਣਾ ਲਈਆਂ। ਕਈ ਸੁਲਤਾਨੀ ਹਿੰਦੂ ਭਰਮਾਏ, ਜਿਹੜੇ ਸੁਲਤਾਨੀ ਸਨ ਮੂਰਖਾਂ ਦਾ, ਜਿਨ੍ਹਾਂ ਦਾ ਕੋਈ ਵੀ ਧਰਮ ਨਹੀਂ ਸੀ, ਗੂਗੇ ਨੂੰ, ਲੱਖ ਦਾਤਾ ਤੇ ਹੋਰ ਆ ਜਿਹੜੇ ਐਰੇ ਗੈਰੇ ਤੁਰੇ ਫਿਰਦੇ ਨੇ ਪੀਰ, ਇਹਨਾਂ ਨੂੰ ਜਿਹੜੇ ਮੰਨਣ ਵਾਲੇ ਸਨ, ਉਹਨਾਂ ਨੂੰ ਇਹਨਾਂ ਤੁਰਕਾਂ ਨੇ ਭਰਮਾ ਲਿਆ ਹੈ। ਸਾਧ ਸੰਗਤ ਜੀ, ਉਹਨਾਂ ਨੂੰ ਭੇਜ ਦਿੱਤਾ, ਜਾਓ ਬੰਦੇ ਬਹਾਦਰ ਦੇ ਸਿੱਖ ਬਣ ਜਾਓ। ਤੁਸੀਂ ਜਾ ਕੇ ਬਾਹਰੋਂ ਭੇਜ ਦਿੱਤੇ ਨਾ, ਇਕੱਠ ਭੇਜ ਦਿੱਤਾ, ਟੋਲਾ ਭੇਜ ਦਿੱਤਾ ਉਹਨਾਂ ਦਾ, ਵੀ ਤੁਸੀਂ ਬੰਦੇ ਬਹਾਦਰ ਨੂੰ ਜਾ ਕੇ ਕਹੋ ਵੀ ਅਸੀਂ ਤੁਹਾਡੇ ਸਿੱਖ ਬਣਨ ਵਾਸਤੇ ਆਏ ਹਾਂ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਆਏ, ਗੁਰੂ ਧਾਰ ਲਿਆ ਤੇ ਬੇਨਤੀ ਕਰਦੇ, ਬਾਬਾ ਜੀ ਡੇਰਾ ਅਸੀਂ ਕਿਹੜੇ ਪਾਸੇ ਲਾਈਏ? ਹੁਣ ਉਹਨਾਂ ਦੇ ਮਨ ਵਿੱਚ ਇਹ ਭਾਵਨਾ ਸੀ, ਮੈਂ ਗੁਰੂ ਬਣ ਗਿਆ ਵੀ ਲੋਕ ਮੇਰੇ ਕੋਲ ਆਉਣ ਲੱਗ ਪਏ ਨੇ। ਤੇ ਉਹ ਕਹਿਣ ਲੱਗਾ ਵੀ ਜਿੱਧਰ ਤੁਹਾਡਾ ਜੀ ਕਰਦਾ ਨਾ, ਚੰਗਾ ਲੱਗਦਾ, ਉਧਰ ਤੁਸੀਂ ਡੇਰਾ ਲਾ ਲਵੋ। ਤੁਰਕਾਂ ਨੇ ਇਹੋ ਜੀ ਤੌਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੁਲਾ ਦਿੱਤਾ, ਭਰਮਾ ਦਿੱਤਾ ਹੈ। ਆਪ ਉਹਨਾਂ ਨੇ ਗੁਰਦਾਸ ਨੰਗਲ ਦੀ ਜਿਹੜੀ ਗੜੀ ਸੀ ਉਹਦੇ ਚਾਰ ਚੁਫੇਰੇ ਡੇਰਾ ਲਾਣਾ ਸ਼ੁਰੂ ਕਰ ਦਿੱਤਾ ਹੈ। ਇਹੋ ਜਿਹੀਆਂ ਜਿਹੜੀਆਂ ਗੱਲਾਂ ਸਨ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹੋ ਜਿਹੀਆਂ ਗੱਲਾਂ ਵਿੱਚ ਲਾ ਲਿਆ। ਜਿਉਂ-ਜਿਉਂ ਸਮਾਂ ਲੰਘਦਾ ਗਿਆ, ਪਹਿਲਾਂ ਤਾਂ ਡੂਰ ਡੇਰਾ ਲਾ ਲਿਆ, ਜਿਉਂ-ਜਿਉਂ ਸਮਾਂ ਲੰਘਦਾ ਜਾਂਦਾ ਹੈ, ਬੰਦੇ ਬਹਾਦਰ ਦਾ ਵਿਸ਼ਵਾਸ ਬਣਦਾ ਜਾਂਦਾ ਹੈ, ਉਹ ਤਿਉਂ-ਤਿਉਂ ਜਿਹੜਾ ਘੇਰਾ ਸੀ ਨਾ, ਨੇੜੇ ਕਰਦੇ ਜਾਂਦੇ ਨੇ ਗੜੀ ਵੱਲ। ਹੋਰ ਜਿਹੜੀ ਮਾਇਆ ਸੀ ਉਹਨਾਂ ਨੇ ਉਹ ਵੀ ਅੰਦਰ ਬਾਬਾ ਬੰਦਾ ਸਿੰਘ ਪਾਸ ਭੇਜੀ ਹੈ। ਆਟਾ ਭੇਜ ਦਿੱਤਾ, ਘੋੜਿਆਂ ਵਾਸਤੇ ਦਾਣਾ ਭੇਜ ਦਿੱਤਾ, ਹੋਰ ਜਿਹੜੀਆਂ ਰਸਤਾਂ ਬਸਤਾਂ ਲੰਗਰ ਦੀਆਂ ਚਾਹੀਦੀਆਂ ਸਨ, ਇਸ ਤਰ੍ਹਾਂ ਗੜੀ ਦੇ ਅੰਦਰ ਭੇਜੀ ਜਾ ਰਹੇ ਹਨ। ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਦਲ ਨਾਲ ਦੇ ਜਿਹੜੇ ਸਿਪਾਹੀ ਕਿਤੇ ਉਹ ਜਾਣਾ ਚਾਹੁੰਦੇ ਹਨ, ਉਹ ਜਾ ਸਕਦੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਰਦਾ। ਉਹ ਜਿੱਧਰ ਵੀ ਜਾਂਦੇ ਸਨ ਨਾ, ਤੁਰਕ ਨਹੀਂ ਸੀ ਉਹਨਾਂ ਵੱਲ ਜਾਂਦੇ। ਉਹਨਾਂ ਦਾ ਜਿੱਥੇ ਜੀ ਕਰਦਾ ਸੀ ਉਹ ਘੁੰਮਦੇ ਸੀ, ਆਜ਼ਾਦ ਹੋ ਗਏ ਨਾ, ਉਹਨਾਂ ਦਾ ਭੁਲੇਖਾ ਸੀ ਆਜ਼ਾਦ ਹੋ ਗਏ। ਪਰ ਉਹ ਇਹ ਨਹੀਂ ਸੀ ਸਮਝ ਰਹੇ ਕਿ ਜਾਲ ਬੜਾ ਵੱਡਾ ਵਿਛਾਇਆ ਜਾ ਰਿਹਾ, ਜੇ ਉਹਦੇ ਵਿੱਚ ਫਸ ਗਏ ਮੁੜ ਕੇ ਨਿਕਲਿਆ ਨਹੀਂ ਜਾਣਾ। ਜਿੱਧਰ ਉਹਨਾਂ ਦਾ ਦਲ ਜਾਂਦਾ ਬੰਦਾ ਸਿੰਘ ਬਹਾਦਰ ਦਾ, ਉਸ ਪਾਸੇ ਕੋਈ ਵੀ ਤੁਰਕ ਨਹੀਂ ਜਾਂਦਾ। ਇਸ ਤਰ੍ਹਾਂ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਉਹਨਾਂ ਦੇ ਨਾਲ ਦੇ ਜਿੰਨੇ ਵੀ ਸੇਵਕ ਨੇ, ਉਹ ਜਦੋਂ ਜਾਂਦੇ ਹਨ, ਜਿਹੜੇ ਤੁਰਕ ਨੇ ਉਹ ਫਿਰ ਦਿਲ ਵਿੱਚ ਸੋਕ ਧਾਰਨ ਕਰਕੇ ਟਲ ਜਾਂਦੇ ਨੇ ਵੀ ਅਸੀਂ ਇਸ ਪਾਸੇ ਨਹੀਂ ਜਾਣਾ। ਜੀ ਤਾਂ ਕਰਦਾ ਵੀ ਇਹਨਾਂ ਦੇ ਮਗਰ ਜਾ ਕੇ ਇਹਨਾਂ ਨੂੰ ਮਾਰ ਮੁਕਾਈਏ, ਪਰ ਹਾਲਾਂਕਿ ਉਹਨਾਂ ਨੇ ਜਿਹੜਾ ਛੜਯੰਤਰ ਰਚਿਆ ਹੋਇਆ ਨਾ, ਉਹਦੇ ਅਨੁਸਾਰ ਉਹ ਉਹਨਾਂ ਨੂੰ ਕੁਝ ਕਹਿ ਨਹੀਂ ਸਨ ਸਕਦੇ। ਇੱਧਰ ਭਾਵੇਂ ਉਹ ਘੇਰਾ ਪਾ ਰਹੇ ਸਨ ਜਿਹੜੇ ਤੁਰਕ ਸਨ, ਪਰ ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਦੇ ਮਨ ਦੇ ਅੰਦਰ ਨਾ ਖੌਫ ਵੀ ਬੜਾ ਸੀ। ਉਹ ਸੋਚਦੇ ਨੇ ਵੀ ਅਸੀਂ ਅੱਗੇ ਕਿਵੇਂ ਵਧਣਾ ਕਰੀਏ। ਤੁਰਕ ਇਹ ਗੱਲ ਜ਼ਰੂਰ ਜਾਣਦੇ ਸਨ ਕਿ ਅੱਗੇ ਵੱਧ ਗਏ ਤੇ ਅਸੀਂ ਬਚਣਾ ਕੋਈ ਨਹੀਂ। ਇਸ ਗੱਲ ਕਰਕੇ ਸਾਰੇ ਤੁਰਕ ਥਰ-ਥਰ ਕੰਬਦੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ, ਭਾਈ ਅੱਗੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਕਥਾ ਸੁਣੋ। ਬਾਬਾ ਬੰਦਾ ਸਿੰਘ ਬਹਾਦਰ ਤੁਰਕਾਂ ਦਾ ਘਾਤ ਜਿਹੜਾ ਸੀ, ਦਾ ਜਿਹੜਾ ਸੀ, ਉਹ ਸਮਝ ਨਾ ਸਕੇ। ਜਿਸ ਗੜੀ ਦੇ ਵਿੱਚ ਸਨ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਉਹ ਭਾਈ ਦੁਨੀ ਚੰਦ ਦੀ ਗੜੀ ਸੀ, ਜਿਹਦੇ ਵਿੱਚ ਬੈਠੇ ਹੋਏ ਸਨ ਬੰਦਾ ਸਿੰਘ ਬਹਾਦਰ। ਗੁਰਦਾਸ ਨੰਗਲ ਦੀ ਜਿਹੜੀ ਗੜੀ ਸੀਗੀ, ਤੇ ਇੱਕ ਅਹਾਤਾ ਜਿਹਾ ਬਣਿਆ ਹੋਇਆ ਸੀ, ਕੋਈ ਕਿਲਾ ਨਹੀਂ ਸੀ, ਉੱਚੀਆਂ ਉੱਚੀਆਂ ਦੀਵਾਰਾਂ ਸਨ ਬਸ ਉਸ ਗੜੀ ਦੀਆਂ। ਤੇ ਜੇ ਉਹਨਾਂ ਨੂੰ ਦਾ ਪਤਾ ਹੁੰਦਾ ਵੀ ਤੁਰਕ ਜਿਹੜੇ ਮੈਨੂੰ ਮਾਰਨ ਵਾਸਤੇ ਆਏ ਜਾਂ ਫੜਨ ਆਏ ਨੇ, ਤੇ ਉਹ ਕੋਈ ਨਾ ਕੋਈ ਮੋਰਚਾਬੰਦੀ ਜ਼ਰੂਰ ਕਰਦੇ।
ਕੋਈ ਤਰੀਕਾ ਕੋਈ ਵਿਉਂਤ ਅਪਣਾਉਂਦੇ, ਪਰ ਉਹਨਾਂ ਨੇ ਇਹ ਸੋਚਿਆ ਵੀ ਮੈਂ ਗੁਰੂ ਹਾਂ। ਇਸ ਭੁਲੇਖੇ ਵਿੱਚ ਰਹਿ ਗਏ, ਉਹ ਭੁੱਲ ਗਏ ਤੇ ਉਹਨਾਂ ਨੇ ਉੱਥੇ ਕੋਈ ਮੋਰਚਾਬੰਦੀ ਨਹੀਂ ਕੀਤੀ, ਕੋਈ ਕਿਲ੍ਹਾ ਤਕੜਾ ਨਹੀਂ ਕੀਤਾ, ਨਾ ਉਹਨਾਂ ਨੇ ਜ਼ਖੀਰਾ ਰੱਖਿਆ, ਭਾਵ ਨਾ ਉਹਨਾਂ ਨੇ ਸ਼ਸਤਰ ਰੱਖੇ, ਨਾ ਘੋੜੇ ਰੱਖੇ, ਨਾ ਉਹਨਾਂ ਨੇ ਬਹੁਤੀਆਂ ਰਸਤਾਂ ਬਸਤਾਂ ਅੰਦਰ ਰੱਖੀਆਂ ਹਨ। ਲੜਨ ਵਾਸਤੇ ਜੰਗ ਦਾ ਕੋਈ ਵੀ ਜਿਹੜਾ ਕਾਰਜ ਹੈ ਉਹ ਵੀ ਨਹੀਂ ਕੀਤਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਫਕੀਰ ਸੀ, ਬੈਰਾਗੀ ਸੀ, ਤੇ ਇਹੋ ਜੀ ਰਾਜਨੀਤੀ ਉਹ ਕਿੱਥੇ ਜਾਣਦਾ ਸੀ ਕਿ ਜਦੋਂ ਇਹੋ ਜਿਹਾ ਸਮਾਂ ਬਣ ਜਾਏ ਤੇ ਕੀ ਕਰਨਾ ਚਾਹੀਦਾ। ਭਾਵੇਂ ਤੁਰਕਾਂ ਨਾਲ ਸੰਧੀ ਹੋ ਗਈ, ਪਰ ਤਿਆਰ ਬਰ ਤਿਆਰ ਤਾਂ ਰਹਿਣਾ ਚਾਹੀਦਾ ਸੀ ਨਾ। ਜਿਵੇਂ ਤਤ ਖਾਲਸਾ, ਭਾਵੇਂ ਉਹਨਾਂ ਦੇ ਪਾਸ ਤੁਰਕ ਜਾਂਦੇ ਨੇ, ਪਰ ਉਹ ਵਿਸ਼ਵਾਸ ਨਹੀਂ ਕਰਦੇ, ਤਿਆਰੀ ਰੱਖਦੇ ਨੇ ਪੂਰੀ ਆਪਣੀ ਕਿ ਜਦੋਂ ਆ ਗਏ ਤੇ ਧੂੜ ਚਟਾ ਦੇਣੀ ਤੁਰਕਾਂ ਨੇ, ਜੇ ਬੇਈਮਾਨ ਹੋ ਗਏ ਤੇ ਛੱਡਣਾ ਨਹੀਂ। ਪਰ ਬੰਦਾ ਸਿੰਘ ਅਵੇਸਲਾ ਹੋ ਗਿਆ, ਉਹਨਾਂ ਨੇ ਤੁਰਕਾਂ ਤੇ ਬਹੁਤਾ ਭਰੋਸਾ ਕਰ ਲਿਆ ਹੈ। ਉਲਟਾ ਬੰਦਾ ਸਿੰਘ ਬਹਾਦਰ ਇਹ ਗੱਲ ਕਹਿਣ ਲੱਗ ਪਏ ਵੀ ਤੁਰਕ ਜਿਹੜੇ ਨੇ ਮੇਰੇ ਤੋਂ ਹਾਰ ਗਏ ਹਨ। ਇਹਨਾਂ ਤੁਰਕਾਂ ਦੇ ਵੱਡੇ ਵੱਡੇ ਸਰਦਾਰ ਵਜ਼ੀਰ ਖਾਂ ਵਰਗੇ ਮੈਂ ਮਾਰ ਸੱਟੇ, ਮਲੇਰਕੋਟਲੀ ਜਿਹੜੇ ਸਨ ਨਵਾਬ ਉਹ ਮਾਰ ਦਿੱਤੇ ਨੇ, ਤੇ ਹੋਰ ਤੁਰਕ ਮੇਰੇ ਸਨਮੁਖ ਕੀ ਹਨ। ਇਹਨਾਂ ਨੇ ਮੇਰੇ ਵਿੱਚ ਵੱਡੀ ਕਰਾਮਾਤ ਜਾਣ ਲਈ, ਇਸ ਕਰਕੇ ਮੇਰੇ ਤੋਂ ਭੈ ਡਰ ਖਾਂਦੇ ਹਨ। ਹੁਣ ਇਹ ਤੁਰਕ ਹੱਥ ਬੰਨ੍ਹ ਕੇ ਮੇਰੇ ਕੋਲ ਆ ਗਏ, ਅਰਦਾਸ ਬੇਨਤੀਆਂ ਕਰਨ ਵਾਸਤੇ ਆਏ ਹਨ। ਬੰਦਾ ਸਿੰਘ ਕਹਿੰਦੇ ਕੀ ਹੋਇਆ ਜੇ ਬਹੁਤੇ ਤੁਰਕ ਇੱਥੇ ਆ ਗਏ ਹਨ? ਕੀ ਹੋਇਆ ਜੇ ਸਿੰਘ ਇਥੋਂ ਨੱਠ ਗਏ? ਕੀ ਹੋਇਆ ਬਾਬਾ ਵਿਨੋਦ ਸਿੰਘ ਆਪਣਾ ਜਥਾ ਲੈ ਕੇ ਮੇਰੇ ਤੋਂ ਵੱਖ ਹੋ ਗਏ ਹਨ? ਬੰਦਾ ਸਿੰਘ ਕਹਿੰਦੇ ਜੇ ਮੇਰੇ ਨਾਲ ਇਹਨਾਂ ਨੇ ਦਗਾ ਕਮਾਇਆ ਨਾ, ਜੇ ਬੇਈਮਾਨੀ ਕੀਤੀ ਨਾ ਤੁਰਕਾਂ ਨੇ, ਮੈਂ ਇੱਕ ਘੜੀ ਦੇ ਵਿੱਚ ਸਾਰੇ ਤੁਰਕਾਂ ਨੂੰ ਹਰਾ ਦਿਆਂਗਾ ਜੇ ਇਹਨਾਂ ਨੇ ਮੇਰੇ ਨਾਲ ਬੇਈਮਾਨੀ ਕੀਤੀ। ਇਹਨਾਂ ਦੇ ਸ਼ਸਤਰ ਇਹਨਾਂ ਦੇ ਉੱਤੇ ਮੈਂ ਸੁੱਟ ਦਿਆਂਗਾ, ਭਾਵੇਂ ਵਾਰ ਮੇਰੇ ਤੇ ਕਰਨਗੇ ਪਰ ਸ਼ਸਤਰ ਇਹਨਾਂ ਨੂੰ ਜਾ ਕੇ ਵੱਜੇਗਾ। ਸਾਡੀ ਮੌਤ ਤੇ ਤੁਰਕ ਖੁਦ ਆਪ ਮਰ ਜਾਣਗੇ, ਇਹ ਮੈਨੂੰ ਨਹੀਂ ਮਾਰ ਸਕਣਗੇ ਪਰ ਆਪ ਜ਼ਰੂਰ ਮਰ ਜਾਣਗੇ। ਬਾਬਾ ਬੰਦਾ ਸਿੰਘ ਅਜਿਹੀਆਂ ਗੱਲਾਂ ਕਹਿ ਕੇ ਮਨ ਹੀ ਮਨ ਬਹੁਤ ਹੰਕਾਰ ਕਰਦਾ ਵੀ ਮੇਰੇ ਤੋਂ ਵੱਡਾ, ਮੇਰੇ ਤੋਂ ਸਿਆਣਾ ਕੋਈ ਨਹੀਂ। ਇਹ ਤੁਰਕ ਮੇਰੇ ਸਨਮੁਖ ਕੀ ਨੇ, ਇੱਕ ਘੜੀ ਦੇ ਵਿੱਚ ਇਹਨਾਂ ਨੂੰ ਨਾਸ਼ ਕਰ ਦਿਆਂਗਾ। ਇਧਰ ਬਾਬਾ ਬੰਦਾ ਸਿੰਘ ਬਹਾਦਰ ਮਨ ਦੇ ਵਿੱਚ ਕੇਵਲ ਵਿਚਾਰਾਂ ਹੀ ਕਰਦੇ ਨੇ, ਉਧਰ ਹੌਲੀ ਹੌਲੀ ਜਿਹੜੇ ਤੁਰਕ ਸਨ ਉਹ ਆਪਣੀ ਜੁਗਤੀ ਬਣਾਉਂਦੇ ਗਏ ਕਿ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਕੇ ਨਾਸ਼ ਕਰਨਾ ਹੈ। ਹੁਣ ਤੁਰਕਾਂ ਨੇ ਵਿਉਂਤ ਬਣਾ ਲਈ, ਜਿਉਂ-ਜਿਉਂ ਘੇਰਾ ਨੇੜੇ ਕਰ ਲਿਆ ਗੜੀ ਦੇ, ਜਿਹੜੀਆਂ ਰਸਤਾਂ ਬਸਤਾਂ ਸਨ, ਲੰਗਰ ਪਾਣੀ ਦਾ ਜਿਹੜਾ ਸਮਾਨ ਸੀਗਾ, ਹੁਣ ਉਹ ਉਹਨਾਂ ਕੁ ਕਿਲੇ ਦੇ ਵਿੱਚ ਵੜਨ ਦਿੰਦੇ ਹਨ। ਜਿਤਨੀ ਕਿ ਰਸਤ ਬਸਤ ਅੰਦਰ ਦੇ ਸਿੰਘ ਇੱਕ ਦਿਨ 'ਚ ਛਕ ਲੈਂਦੇ ਨੇ, ਓਨੀ ਕੀ ਰਸਤ ਜਾਂਦੀ ਹੈ, ਜ਼ਿਆਦੀ ਰਸਤ ਨਹੀਂ ਜਾਣ ਦਿੰਦੇ ਵੀ ਉਹ ਜੋੜ ਕੇ ਅੰਦਰ ਨਾ ਰੱਖ ਸਕਣ। ਤੁਰਕਾਂ ਨੇ 4 ਚਫੇਰੇ ਗੁਰਦਾਸ ਨੰਗਲ ਦੀ ਗੜੀ ਦੇ ਚਫੇਰੇ ਆਪਣੇ ਡੇਰੇ ਲਾ ਲਏ ਹਨ। ਬੰਦੇ ਬਹਾਦਰ ਨੂੰ ਝੂਠੇ ਜੇ ਦਲਾਸੇ ਦੇਈ ਜਾਂਦੇ ਨੇ, ਦਲਾਸੇ ਦੇ ਕੇ ਉਹਨਾਂ ਨੇ ਆਪਣਾ ਕੰਮ ਬਣਾ ਲਿਆ ਹੈ। ਝੂਠੀਆਂ ਗੱਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾ ਲਿਆ। ਸਾਧ ਸੰਗਤ ਜੀ, ਬੰਦਾ ਸਿੰਘ ਇਹ ਸੋਚਦਾ ਵੀ ਸ਼ਾਇਦ ਇਹ ਸੱਚ ਹੀ ਕਹਿੰਦੇ ਨੇ, ਗੱਲਾਂ ਝੂਠੀਆਂ ਸਨ, ਪਰ ਬਾਬਾ ਬੰਦਾ ਸਿੰਘ ਬਹਾਦਰ ਤੁਰਕਾਂ ਦੀ ਗੱਲ ਨੂੰ ਸੱਚ ਕਰਕੇ ਮੰਨਦਾ ਹੈ। ਉਹ ਇਹੀ ਜਾਣਦੇ ਵੀ ਇਹ ਸੱਚ ਕਮਾ ਰਹੇ ਨੇ, ਭਾਵ ਸੱਚ ਬੋਲ ਰਹੇ ਹਨ। ਤੁਰਕ ਕਦੇ ਆ ਕੇ ਕਹਿੰਦੇ ਨੇ ਵੀ ਬਾਦਸ਼ਾਹ ਫਰਖਸ਼ੇਰ ਦਾ ਪਰਵਾਨਾ ਆਇਆ ਹੈ, ਝੂਠ ਹੀ ਬੋਲਦੇ ਨੇ। ਆਖਦੇ ਨੇ ਕਿ ਪਹਾੜ ਦਾ ਜਿਹੜਾ ਮੁਲਕ ਹੈ ਨਾ, ਬਾਦਸ਼ਾਹ ਨੇ ਤੇਰੇ ਨਾਂ ਲਿਖਾ ਦਿੱਤਾ, ਤੈਨੂੰ ਜਗੀਰ ਦੇ ਦਿੱਤੀ ਹੈ। ਜਿੰਨੀਆਂ ਵੀ ਪਹਾੜਾਂ ਦੀਆਂ ਦੂਣਾਂ ਨੇ ਉਹ ਤੈਨੂੰ ਨਾਲ ਦੇ ਦਿੱਤੀਆਂ ਹਨ।
ਰਾਖ ਹਿਰਦਵਾਰੀ। ਇਸ ਤਰ੍ਹਾਂ ਜੰਮੂ ਦਾ ਇਲਾਕਾ, ਹਰਿਦੁਆਰ ਦਾ ਜਿਹੜਾ ਇਲਾਕਾ, ਉਹਦੀ ਜਗੀਰ ਵੀ ਤੇਰੇ ਨਾਲ ਲਾ ਦਿੱਤੀ ਹੈ, ਤੇਰੇ ਨਾਮ ਲਾ ਦਿੱਤੀ ਹੈ। ਤੂੰ ਹੁਣ ਇਹਨਾਂ ਸਾਰੇ ਇਲਾਕਿਆਂ ਦਾ ਮਾਲਕ ਬਣ ਗਿਆ ਹੈ। ਹੋਰ ਕੋ ਲਹਿਰੋ ਜੋ ਲੋੜੀਐ ਹੋ। ਤੁਰ ਕਹਿੰਦੇ ਬਾਬਾ ਜੀ ਬਾਦਸ਼ਾਹ ਨਾਲ ਇਹ ਵੀ ਕਹਿੰਦਾ ਵੀ ਜੇ ਤੁਹਾਨੂੰ ਹੋਰ ਕੋਈ ਮੁਲਕ ਚਾਹੀਦਾ ਨਾ ਤੇ ਉਹ ਵੀ ਸਾਨੂੰ ਦੱਸ ਦਿਓ। ਅਬ ਲੈ ਲਓ ਨਾ ਫਿਰ ਕੁਛ ਛੇੜਿਓ। ਹੁਣ ਤੁਸੀਂ ਜੋ ਲੈਣਾ ਸਾਡੇ ਕੋਲੋਂ ਲੈ ਲਓ ਤੇ ਬਾਅਦ ਨਹੀਂ ਕੁਝ ਛੇੜਨਾ। ਵੀ ਹੁਣ ਤੁਹਾਡਾ ਜਿੱਥੇ ਜੀ ਕਰਦਾ ਨਾ ਉੱਥੇ ਤਾਂ ਹੀ ਤੁਸੀਂ ਇਲਾਕਾ ਲੈ ਲਓ, ਆਪਣਾ ਰਾਜ ਕਾਇਮ ਕਰ ਲਓ। ਇੱਕ ਵਾਰੀ ਤੁਹਾਨੂੰ ਜਦੋਂ ਸਾਰਾ ਇਲਾਕਾ ਮਿਲ ਗਿਆ ਤੇ ਬਾਅਦ ਵਿੱਚ ਤੁਸੀਂ ਕਿਸੇ ਚੀਜ਼ ਨੂੰ, ਕਿਸੇ ਇਲਾਕੇ ਨੂੰ ਹੱਥ ਨਹੀਂ ਲਾਉਣਾ। ਲੋਕੋ ਵਾਕਿਆ ਪ੍ਰਸ਼ਨ ਯਥੋ ਬੰਦੋ ਸੋ ਜਾਨੀ ਜਾਨ। ਭਾਈ ਰਤਨ ਸਿੰਘ ਜੀ ਇੱਕ ਗੱਲ ਕਹਿੰਦੇ ਨੇ, ਕਹਿੰਦੇ ਕਈ ਵਾਰੀ ਬੜੇ ਸਵਾਲ ਖੜੇ ਹੁੰਦੇ, ਕਿਉਂਕਿ ਜਿਹੜਾ ਇਤਿਹਾਸ ਹੈ ਨਾ, ਵੈਸੇ ਪਹਿਲਾ ਪੱਖ ਹੈ ਗੁਰਬਾਣੀ ਦਾ। ਜਦੋਂ ਗੁਰਬਾਣੀ ਦੀ ਗੱਲ ਚੱਲਦੀ ਹੈ ਤੇ ਬੜੀਆਂ ਉਥੇ ਡੂੰਘੀਆਂ ਰਮਜ਼ਾਂ ਨੇ ਬਾਣੀ ਦੀਆਂ, ਤੇ ਸਵਾਲ ਲੋਕ ਜ਼ਿਆਦਾ ਕਰ ਦਿੰਦੇ ਨੇ। ਉਹਦਾ ਕਾਰਨ ਇੱਕ ਹੈ, ਗੁਰਬਾਣੀ ਜਿਹੜੀ ਹੈ ਉਹਦੀਆਂ ਡੂੰਘੀਆਂ ਰਮਜ਼ਾਂ ਜਾਣਨ ਵਾਸਤੇ ਬੰਦੇ ਨੂੰ ਘੱਟੋ ਘੱਟ ਆਪਣੀ ਸੁਰਤ, ਆਪਣੀ ਬੁੱਧੀ ਓਨੀ ਬਾਰੀਕ ਤੇ ਸੂਖਸ਼ਮ ਕਰਨੀ ਪੈਂਦੀ ਹੈ। ਕੋਈ ਬੰਦਾ ਇਹ ਦਾਅਵਾ ਕਰੇ ਵੀ ਮੈਂ ਬਾਣੀ ਦੇ ਅਰਥ ਪੜ੍ਹ ਲਏ ਤੇ ਮੈਂ ਬਾਣੀ ਦਾ ਅੰਤ ਪਾ ਲਿਆ, ਇਹ ਉਹਦਾ ਭੁਲੇਖਾ ਹੋ ਸਕਦਾ ਆ। ਗੁਰਬਾਣੀ ਦੇ ਅਰਥ ਪੜ੍ਹ ਕੇ ਗੁਰਬਾਣੀ ਨੂੰ ਕੇਵਲ ਅੱਖਰੀ ਰੂਪ 'ਚ ਤਾਂ ਅਸੀਂ ਸਮਝ ਸਕਦੇ ਹਾਂ ਅਰਥ ਪੜ੍ਹ ਕੇ, ਪਰ ਉਹਦੀਆਂ ਰਮਜ਼ਾਂ ਜਿਹੜੀਆਂ ਨੇ, ਜੋ ਗੁਰਬਾਣੀ ਦੇ ਅੰਦਰ ਦੇ ਕੀਮਤੀ ਵਿਚਾਰ ਤੇ ਡੂੰਘੇ ਵਿਚਾਰ ਨੇ ਨਾ, ਜੋ ਰੱਬੀ ਖਿਆਲ ਮਹਾਰਾਜ ਨੇ ਰੱਖੇ ਨੇ, ਉਹ ਬੰਦਗੀ ਤੋਂ ਬਿਨਾਂ ਨਹੀਂ ਸਮਝ ਆਉਂਦੇ। ਮਸਲਾ ਇੱਥੇ ਖੜਾ ਹੋ ਜਾਂਦਾ ਹੈ ਕਿ ਸਾਡੀ ਦੁਨਿਆਵੀ ਪੜ੍ਹਾਈ ਤੇ ਅਗੰਮੀ ਜਿਹੜੀ ਵਿਦਿਆ, ਅਧਿਆਤਮਕ ਵਿਦਿਆ, ਉਹ ਟਕਰਾਉਂਦੀ ਆ ਆਪਸ ਵਿੱਚ। ਅਸੀਂ ਆਪਣੀ ਦੁਨਿਆਵੀ ਪੜ੍ਹਾਈ ਦੇ ਨਾਲ ਅਗੰਮੀ ਵਿਦਿਆ ਦਾ ਮੁਕਾਬਲਾ ਕਰਦੇ ਹਾਂ, ਜਿਹੜਾ ਅੱਜ ਦਾ ਦੌਰ ਚੱਲਦਾ ਆ। ਜੇ ਕਿਸੇ ਨੇ 4 ਕਲਾਸਾਂ ਪੜ੍ਹ ਲਈਆਂ ਨਾ, ਦੁਨਿਆਵੀ ਪੜ੍ਹਾਈ ਪੜ੍ਹ ਲਈ, ਹੋਰ ਭਾਵੇਂ ਉਹਨੂੰ ਇੱਲ ਕੁੱਕੜ ਨਾ ਆਉਂਦਾ ਹੋਵੇ, ਪਰ ਉਹ ਗੁਰਦੁਆਰੇ ਆ ਕੇ ਲੱਤ ਜ਼ਰੂਰ ਉਡਾਉਂਦਾ ਆ ਵੀ ਇਹ ਕਿੱਦਾਂ ਹੋ ਗਿਆ। ਕਾਰਨ ਇਹ ਹੈ ਕਿ ਗੁਰਬਾਣੀ ਜਿੰਨੀ ਕਿ ਗੰਭੀਰ ਤੇ ਗਹਿਰ ਹੈ, ਉਤਨਾ ਜ਼ਿਆਦਾ ਜਦੋਂ ਕੋਈ ਮਨੁੱਖ ਆਪਣਾ ਮਨ ਗਹਿਰਾ ਕਰ ਲੈਂਦਾ ਹੈ, ਉਹਨੂੰ ਗੁਰਬਾਣੀ ਉਦੋਂ ਜਾ ਕੇ ਸਮਝ ਆਉਂਦੀ ਆ। ਉਸ ਤੋਂ ਪਹਿਲਾਂ ਤਾਂ ਆ ਜਿਵੇਂ ਸਮੁੰਦਰ ਹੁੰਦਾ ਨਾ, ਮਸ਼ਕੀਨ ਜੀ ਬੜੀ ਸੋਹਣੀ ਗੱਲ ਕਹਿੰਦੇ ਸਨ, ਸਮੁੰਦਰ ਦੇ ਉੱਪਰਲੇ ਤਲ ਦੇ ਉੱਤੇ ਨਾ ਸ਼ੋਰ ਹੁੰਦਾ ਹੈ, ਉੱਪਰਲੇ ਪਾਸੇ ਪਾਣੀ ਦੀਆਂ ਛੱਲਾਂ ਹੋਣਗੀਆਂ, ਬੜਾ ਸ਼ੋਰ ਹੋਵੇਗਾ। ਸਮੁੰਦਰ ਦੀ ਗੰਭੀਰਤਾ ਦੇ ਵਿੱਚ ਜਾਓਗੇ ਓਨਾ ਜ਼ਿਆਦਾ ਸ਼ਾਂਤ ਹੋਵੇਗਾ। ਜਿੰਨਾ ਸਮੁੰਦਰ ਹੇਠਲੇ ਤਲ ਤੇ ਸ਼ਾਂਤ ਹੁੰਦਾ, ਉੱਪਰ ਓਨਾ ਹੀ ਰੌਲਾ ਹੁੰਦਾ ਹੈ। ਸਾਡੇ ਅੰਦਰ ਦੀ ਖੇਡ ਵੀ ਕੁਝ ਇੰਨੀ ਕੁ ਹੈ। ਅਸਲ ਦੇ ਵਿੱਚ ਜਿੰਨਾ ਵੀ ਸਾਡੇ ਅੰਦਰ ਸ਼ੋਰ ਹੈ, ਜਿੰਨਾ ਵੀ ਰੌਲਾ ਹੈ, ਜਿੰਨੇ ਵੀ ਸਵਾਲ ਨੇ ਨਾ, ਉੱਪਰਲੀ ਤਹਿ ਦੇ ਉੱਤੇ ਨੇ। ਅਸੀਂ ਸਾਰੀ ਜ਼ਿੰਦਗੀ ਉੱਪਰਲੀ ਤਹਿ ਤੇ ਜਿਉਂਦੇ ਰਹਿੰਦੇ ਹਾਂ, ਅੰਦਰ ਕਦੇ ਝਾਤੀ ਨਹੀਂ ਮਾਰੀ। ਸਤਿਗੁਰਾਂ ਨੇ ਕਿਹਾ ਨਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮ੍ਰਿਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਦੀ ਨਾਭੀ ਵਿੱਚ, ਮਾਫ ਕਰਨਾ, ਹਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ ਨਾ, ਉਹਨੂੰ ਸੁਗੰਧੀ ਆਉਂਦੀ ਆ, ਉਹ ਭਜਦਾ ਰਹਿੰਦਾ ਵੀ ਪਤਾ ਨਹੀਂ ਕਿੱਥੋਂ ਸੁਗੰਧੀ ਆ ਰਹੀ ਹੈ, ਸਾਰੀ ਉਮਰ ਭਰਮਦਾ ਰਹਿੰਦਾ ਆ। ਮਨਮੁਖਾਂ ਦਾ ਹਾਲ ਜਿਹੜਾ ਹੈ ਅਜਿਹਾ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਅੰਮ੍ਰਿਤ ਹਿਰਦੇ ਦੇ ਘਰ ਦੇ ਵਿੱਚ ਭਰਪੂਰ ਹੈ, ਪਰ ਉਹਨਾਂ ਨੇ ਉਹਦਾ ਸਾਧ ਜਿਹੜਾ ਰਸ ਆਨੰਦ ਹੈ ਨਾ, ਉਹ ਪ੍ਰਾਪਤ ਨਹੀਂ ਕੀਤਾ। ਕਿਉਂ? ਉਹ ਸਵਾਲ ਹੀ ਕਰਦੇ ਰਹੇ ਸਾਰੀ ਉਮਰ ਬਾਣੀ ਦੇ ਪ੍ਰਤੀ, ਉਹਨਾਂ ਦੇ ਸ਼ੰਕੇ ਨਹੀਂ ਮੁੱਕੇ। ਸਵਾਲ ਤੇ ਸਵਾਲ, ਸਵਾਲ ਤੇ ਸਵਾਲ। ਸਵਾਲ ਕਰਨਾ ਮਾੜਾ ਨਹੀਂ, ਪਰ ਸਵਾਲ ਸਾਰੀ ਉਮਰ ਹੀ ਸਵਾਲ ਬਣ ਕੇ ਰਹਿ ਗਿਆ ਤੇ ਭਲਾ ਫਿਰ ਕਿੱਥੋਂ ਹੋਵੇਗਾ। ਸਵਾਲ ਕਰਨਾ ਮਾੜਾ ਨਹੀਂ ਹੁੰਦਾ। ਸਵਾਲ ਤੁਸੀਂ ਕੋਈ ਵੀ ਕਰ ਸਕਦੇ ਹੋ, ਆਪਣੇ ਗੁਰੂ ਨੂੰ ਸਵਾਲ ਕਰੋ, ਕਿਸੇ ਨੂੰ ਸਵਾਲ ਕਰ ਸਕਦੇ ਹੋ, ਪਰ ਸਵਾਲ ਸਾਰੀ ਉਮਰ ਸਵਾਲ ਬਣਿਆ ਰਹੇ ਫਿਰ ਗੱਲ ਨਹੀਂ ਨਾ ਬਣਦੀ। ਦਾਸ ਇੱਕ ਵਾਰੀ ਸਰੀ ਦੀ ਗੱਲ ਹੈ, ਕਥਾ ਕਰਕੇ ਮੈਂ ਬਾਹਰ ਨਿਕਲਿਆ ਤੇ ਇੱਕ ਪ੍ਰਸੰਗ ਆਉਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ। ਜਦੋਂ ਭਾਈ ਸਾਹਿਬ ਜੀ ਆਗਰੇ ਤੋਂ ਆਏ ਨਾ, ਸਤਿਗੁਰੂ ਗੁਰੂ ਰਾਮ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ, ਤੇ ਰਾਹ ਦੇ ਵਿੱਚ ਗੋਇੰਦਵਾਲ ਸਾਹਿਬ ਕੋਲ ਬਿਆਸ ਦਰਿਆ ਪੈਂਦਾ। ਸ਼ਾਮ ਨੂੰ ਉਤਰੇ ਤੇ ਪਾਣੀ ਚੜ੍ਹਿਆ ਹੋਇਆ ਸੀ ਬਿਆਸ ਦਾ, ਤੇ ਬੇੜੀਆਂ ਹੈ ਨਹੀਂ ਸੀਗੀਆਂ, ਤੇ ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੀ। ਤੇ ਸਾਰੇ ਕਹਿਣ ਲੱਗੇ, ਬਾਬਾ ਜੀ ਬੇੜੀਆਂ ਤਾਂ ਹੈ ਨਹੀਂ, ਵੀ ਆਪਾਂ ਪਾਰ ਕਿਵੇਂ ਲੰਘਾਂਗੇ, ਤੇ ਚਲੋ ਰਾਤ ਨੂੰ ਇੱਥੇ ਪੜਾ ਕਰ ਲਓ, ਵੀ ਆਪਾਂ ਸਵੇਰੇ ਤੁਰ ਜਾਵਾਂਗੇ।
ਕੱਲ੍ਹ ਨੂੰ ਚੱਲਾਂਗੇ। ਉੱਥੇ ਇੱਕ ਗੁਰਸਿੱਖ ਬਾਣੀ ਪੜ੍ਹਦਾ ਸੀ। ਬਾਣੀ ਦਾ ਬਚਨ ਕੀ ਹੈ? ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਭਾਈ ਗੁਰਦਾਸ ਜੀ ਕਹਿੰਦੇ ਵੀ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਸ਼ਬਦ ਦੀ, ਜਦੋਂ ਗੁਰੂ ਕਾ ਸ਼ਬਦ ਕਹਿ ਰਿਹਾ ਵੀ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਤੇ ਫਿਰ ਆਹ ਅਭਿਆਸ ਕੀ ਹੈ? ਉਹ ਤਾਂ ਭਵ ਸਾਗਰ ਤੋਂ ਤਾਰ ਦਿੰਦੇ ਨੇ। ਆਪ ਵਾਹਿਗੁਰੂ ਵਾਹਿਗੁਰੂ ਕਰਦੇ, ਇਸ ਸ਼ਬਦ ਦਾ ਜਾਪ ਕਰਦੇ ਭਾਈ ਗੁਰਦਾਸ ਜੀ ਆਪ ਮੂਹਰੇ ਹੋਏ। ਜਦੋਂ ਉਹਨਾਂ ਨੇ ਆਪਣਾ ਚਰਨ ਪਾਇਆ ਨਾ ਬਿਆਸ ਵਿੱਚ, ਤੇ ਪਾਣੀ ਉਤਰ ਗਿਆ। ਮਹਾਰਾਜਾ ਰਣਜੀਤ ਸਿੰਘ ਵੀ ਅਟਕਤ ਰਿਹਾ ਸੀ, ਪਾਰ ਕਰਨ ਲੱਗੇ। ਓਦੀ ਮਰਦਾਨ ਵਾਲੇ ਮਹਾਂਪੁਰਸ਼ ਨਾਲ ਸਨ। ਇਹ ਕਹਿੰਦੇ ਭਰਾ ਹਟੋ। ਆਪਣਾ ਘੋੜਾ ਠੇਲਿਆ, ਸੁਣਿਆ ਹਾਥ ਹੋਵੇ ਸਗਾਹੋ, ਤੇ ਅਟਕਤ ਰਿਹਾ ਉਤਰ ਗਿਆ। ਸਣੇ ਫੌਜਾਂ ਪਾਰ ਹੋ ਗਏ। ਕਿੰਨੀ ਤਾਕਤ ਹੈ ਬਾਣੀ ਵਿੱਚ। ਭਾਈ ਗੁਰਦਾਸ ਜੀ ਪਾਰ ਲੰਘ ਗਏ, ਸੰਗਤਾਂ ਨਾਲ ਨਿਕਲ ਗਈਆਂ। ਹੁਣ ਕਿਸੇ ਸਵਾਲ ਕੀਤਾ, ਫਿਰ ਸਰਸਾ ਕਿਉਂ ਨਹੀਂ ਉਤਰੀ? ਦੋ ਤਰ੍ਹਾਂ ਦੀ ਸਿੱਖੀ, ਭਾਵਨਾ ਦੀ ਤੇ ਸਿਦਕ ਦੀ। ਇਹ ਬੜੀਆਂ ਗੁੱਝੀਆਂ ਰਮਜ਼ਾਂ ਨੇ, ਜੇ ਕਿਤੇ ਸਮਝਣੀਆਂ ਆਉਣ। ਉੱਥੇ ਗੱਲ ਜਦੋਂ ਸਿਦਕ ਦੀ ਗੱਲ ਆ ਜਾਂਦੀ ਹੈ ਨਾ, ਉੱਥੇ ਫਿਰ ਭਾਣੇ ਵਿੱਚ ਰਹਿਣਾ ਪੈਂਦਾ। ਜਦੋਂ ਭਾਵਨਾ ਦੀ ਗੱਲ ਸੀ, ਸੁਲੀ ਚੜ੍ਹ ਕੇ ਆਇਆ, ਸੁਲੱਭੀ ਚੜ੍ਹ ਕੇ ਆਇਆ, ਤੇ ਗੁਰੂ ਅਰਜਨ ਦੇਵ ਸਾਹਿਬ ਨੇ ਸ਼ਬਦ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ। ਮਹਾਰਾਜ ਕਹਿੰਦੇ ਇੱਥੇ ਆਉਣਾ ਹੀ ਨਹੀਂ ਉਹਨੇ। ਸੁਲੱਭੀ ਖਾਂ ਰਾਜ ਮਾਰਿਆ ਗਿਆ ਤੇ ਸੁਲਹ ਵੀ ਮਾਰਿਆ ਗਿਆ। ਵੀ ਪਹੁੰਚਣਗੇ ਤਾਂ ਹੀ ਕੁਝ ਕਰਨਗੇ ਨਾ। ਇਹ ਹੈ ਭਾਵਨਾ ਦੀ ਖੇਡ, ਭਾਈ ਗੁਰਦਾਸ ਜੀ ਦੀ ਭਾਵਨਾ ਦੀ। ਹੁਣ ਜਦੋਂ ਗੱਲ ਸਿਦਕ ਤੇ ਆ ਜਾਂਦੀ ਹੈ, ਉਹੀ ਪੰਜਵੇਂ ਪਾਤਸ਼ਾਹ ਜਿਨ੍ਹਾਂ ਦੇ ਬਚਨਾਂ ਨਾਲ ਨਾ ਬੀਰਬਲ ਅੰਮ੍ਰਿਤਸਰ ਸਾਹਿਬ ਆਇਆ, ਉਹਦੀ ਮੌਤ ਹੋ ਗਈ। ਜਿਨ੍ਹਾਂ ਦੇ ਬਚਨਾਂ ਨਾਲ ਨਾ ਸੁਲੱਭੀ ਆਇਆ ਤੇ ਨਾ ਸੁਲਹੀ ਆਇਆ, ਅੱਜ ਉਹੀ ਗੁਰੂ ਅਰਜਨ ਦੇਵ ਮਹਾਰਾਜ ਸਿਦਕ ਰੱਖ ਕੇ ਤੱਤੀ ਲੋਹ ਤੇ ਵੀ ਬੈਠੇ ਨੇ। ਜੇ ਬਚਨ ਕਰਕੇ ਉਹਨਾਂ ਨੂੰ ਮੋੜ ਸਕਦੇ ਸੀ, ਤੇ ਫਿਰ ਇੱਥੇ ਕੀ ਸੀਗਾ? ਤੱਤੀ ਲੋਹ ਤੇ ਵੀ ਉੱਥੇ ਵੀ ਭਾਵਨਾ ਨਾਲ ਕਹਿ ਸਕਦੇ ਸਨ ਵੀ ਉਹਨਾਂ ਦੇ ਤਾਂ ਚਰਨਾਂ ਦੇ ਨਾਲ ਹੀ, ਜਿੱਥੇ ਭੱਠਾ ਠੰਡਾ ਹੋਇਆ ਨਾ, ਕਿਸੇ ਫੇਰ ਇੱਕ ਕੁਐਸਚਨ ਕੀਤਾ, ਸਵਾਲ ਕੀਤਾ, ਜੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਤੱਤੀ ਲੋਹ ਠੰਡੀ ਨਹੀਂ ਹੋਈ ਤੇ ਭੱਠਾ ਕਿਵੇਂ ਠੰਡਾ ਹੋ ਗਿਆ? ਜਿਸ ਭੱਠੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਨੇ ਪੌੜ ਰੱਖੇ ਵੀ ਉਹ ਠੰਡਾ ਹੋ ਗਿਆ। ਤੇ ਗੱਲ ਫਿਰ ਸਿਦਕ ਤੇ ਭਾਵਨਾ ਦੀ ਆ ਜਾਂਦੀ ਹੈ। ਉੱਥੇ ਸਿਦਕ ਸੀ, ਹੱਠ ਸੀ, ਉੱਥੇ ਭਾਵਨਾ ਸੀ। ਇੱਕ ਕਲਾ ਹੁੰਦੀ ਹੈ ਗੁਰੂ ਸਾਹਿਬ ਦੀ। ਫਿਰ ਦਾਸ ਇਹੀ ਗੱਲ ਕਹਿੰਦਾ ਵੀ ਇਹੋ ਜਿਹੀਆਂ ਡੂੰਘੀਆਂ ਰਮਜ਼ਾਂ ਨੇ, ਜਦੋਂ ਬੰਦਾ ਥੋੜ੍ਹਾ ਜਿਹਾ ਆਪਣੇ ਆਪ ਵਿੱਚ ਅੰਦਰ ਜਾਣ ਲੱਗਦਾ ਨਾ, ਜਦੋਂ ਬਾਣੀ ਪੜ੍ਹਨ ਲੱਗ ਜਾਂਦੇ ਆ ਨਾ, ਉਦੋਂ ਇਹ ਪੱਖ ਸਮਝ ਵਿੱਚ ਆਉਂਦੇ, ਉਸ ਤੋਂ ਪਹਿਲਾਂ ਨਹੀਂ ਆਉਂਦੇ। ਅਸੀਂ ਕੇਵਲ ਦੁਨਿਆਵੀ 4 ਕਿਤਾਬਾਂ ਪੜ੍ਹ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਇਹਦੇ ਨਾਲ ਨਹੀਂ ਕੁਝ ਬਣਦਾ ਹੁੰਦਾ। ਰੌਲਾ ਪਾ ਕੇ ਨਹੀਂ ਕੁਝ ਬਣਦਾ ਹੁੰਦਾ। ਦਾਸ ਬੇਨਤੀ ਕਰਦਾ ਸੀ, ਮੈਂ ਜਦੋਂ ਕਥਾ ਕਰਕੇ ਬਾਹਰ ਨਿਕਲਿਆ ਤੇ ਉਹ ਕਿਸੇ ਯੂਨੀਵਰਸਿਟੀ ਦਾ ਪ੍ਰੋਫੈਸਰ ਸੀਗਾ ਕੈਨੇਡਾ ਦੇ ਵਿੱਚ। ਮੈਨੂੰ ਕਹਿੰਦਾ ਵੀ ਤੁਹਾਡੇ ਕੋਲ ਪ੍ਰਮਾਣ ਪ੍ਰੂਫ ਹੈਗਾ ਜਿਹੜੀ ਗੱਲ ਤੁਸੀਂ ਸੁਣਾਈ ਹੈ? ਮੈਂ ਭਾਈ ਸਾਹਿਬ ਕਿੰਨੇ ਚਾਹੀਦੇ ਨੇ? ਇੱਕ ਇਤਿਹਾਸ ਗ੍ਰੰਥ ਦਾ ਹਵਾਲਾ ਚਾਹੀਦਾ, 2 ਦਾ 3 ਦਾ ਚਾਹੀਦਾ, ਬਾਣੀ ਦੀਆਂ ਐਗਜ਼ਾਮਪਲਾਂ ਚਾਹੀਦੀਆਂ ਨੇ। ਫਿਰ ਚੁੱਪ ਹੋ ਗਿਆ, ਕਿਉਂਕਿ ਪਹਿਲਾਂ ਤਾਂ ਉਹਨੇ ਸੋਚਿਆ ਵੀ ਸ਼ਾਇਦ ਪ੍ਰੂਫ ਕੋਈ ਨਹੀਂ ਹੋਣਾ। ਕਹਿੰਦਾ ਜੀ ਮੈਂ ਸਾਰੀ ਉਮਰ ਇੱਥੇ ਪੜ੍ਹਾਉਂਦਾ ਰਿਹਾ, ਮੈਂ ਤੇਰੀ ਪੜ੍ਹਾਈ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਿਕ ਵਿੱਦਿਆ ਵਿੱਚ ਬੜਾ ਫਰਕ ਹੈ। ਤੇਰੀ ਦੁਨਿਆਵੀ ਸਟੱਡੀ ਜਿਹੜੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਅਧਿਆਤਮਿਕ ਸਟੱਡੀ ਹੈ, ਦੋਹਾਂ ਵਿੱਚ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਦੁਨਿਆਵੀ ਵਿੱਦਿਆ ਅਧਿਆਤਮਿਕ ਵਿੱਦਿਆ ਦਾ ਮੁਕਾਬਲਾ ਨਹੀਂ ਕਰ ਸਕਦੀ। ਫਿਰ ਉਹਦਾ ਸਵਾਲ ਪਤਾ ਕੀ ਸੀ? ਉਹਨੇ ਕਿਹੜੀ ਗੱਲ ਆਖੀ? ਆਖੇ ਜੀ ਜਿਹੜੀ ਸਾਇੰਸ ਦੀ ਕਸਵੱਟੀ ਤੇ ਗੱਲ ਖਰੀ ਨਹੀਂ ਉਤਰਦੀ। ਸਾਇੰਸ ਦੀ ਕਸਵੱਟੀ ਤੇ ਗੱਲ ਖਰੀ ਨਹੀਂ ਉਤਰਦੀ। ਮੈਂ ਨਾਸਾ ਵਾਲੇ ਕਹਿੰਦੇ ਨੇ ਵੀ ਜੋ ਗੁਰੂ ਗ੍ਰੰਥ ਸਾਹਿਬ ਕਹਿ ਗਏ ਉਹ ਜੁਗੋ ਜੁਗ ਅਟੱਲ ਹੈ, ਉਹ ਤਾਂ ਨਮਸਕਾਰਾਂ ਕਰਦੇ ਨੇ। ਤੇ ਤੂੰ ਅੱਜ ਵੀ ਸਾਇੰਸ ਦੇ ਪਿੱਛੇ ਲੱਗਿਆ ਫਿਰਦਾ। ਸਾਇੰਸ ਤਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ, ਤੇ ਤੂੰ ਹਾਲੇ ਵੀ ਉਹਦੀ ਕਸਵੱਟੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਖਦਾ। ਇੱਕ ਗੱਲ ਯਾਦ ਰੱਖਿਓ, ਸਿਆਣੇ ਕਹਿੰਦੇ ਨੇ ਕਿ ਕੋਈ ਵੀ ਚੀਜ਼ ਹੈ ਨਾ, ਉਸ ਕਸਵੱਟੀ ਤੇ ਪਰਖੀ ਜਾਂਦੀ ਹੈ ਜਿਹੜੀ ਉਹਦੇ ਤੋਂ ਵੱਡੀ ਹੋਵੇ। ਆਪਾਂ
ਕਿਸੇ ਚੀਜ਼ ਨੂੰ ਜਦੋਂ ਕਸਵੱਟੀ ਤੇ ਲਾਉਂਦੇ ਆ ਤੇ ਉਹਦੇ ਬਰਾਬਰ ਦੀ ਚੀਜ਼ ਤਾਂ ਹੋਵੇ ਨਾ। ਜਿਹੜੀ ਸਾਇੰਸ ਦੀ ਗੱਲ ਕਰਦੇ ਹੋ, ਅੱਜ ਕੁਝ ਕੱਲ ਕੁਝ ਪਰਸੋਂ ਕੁਝ, ਉਹ ਇੰਨਾ ਕੁਝ ਜਾਣਨ ਦੇ ਬਾਵਜੂਦ ਇਹੀ ਕਹਿੰਦੇ ਵੀ ਹਲੇ ਤਾਂ ਬਹੁਤ ਕੁਝ ਹੈ ਜਿਹੜਾ ਅਸੀਂ ਜਾਣਿਆ ਨਹੀਂ, ਅਸੀਂ ਤਾਂ ਹਲੇ ਕੁਝ ਵੀ ਨਹੀਂ ਜਾਣਿਆ। ਉਹ ਕੱਲ ਕੁਝ ਕਹਿੰਦੇ ਅੱਜ ਕੁਝ ਕਹਿਣਗੇ, ਉਹਨਾਂ ਨੇ ਆਉਣ ਵਾਲੇ ਟਾਈਮ 'ਚ ਕੱਲ ਕੁਝ ਹੋਰ ਕਹਿ ਦੇਣਾ। ਕਿਉਂ? ਬ੍ਰਹਿਮੰਡ ਦਾ ਪਸਾਰਾ ਬੇਅੰਤ ਹੈ ਨਾ, ਸਮਝ ਉਹਨਾਂ ਨੂੰ ਵੀ ਨਹੀਂ ਲੱਗਦੀ। ਉਹ ਬੇਸਮਾਦ ਨੇ। ਉਹ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰਾਂ ਕਰਦੇ ਨੇ। ਉਹਨਾਂ ਨੇ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਉਹਨਾਂ ਨੂੰ ਪੜਚੋਲਿਆ, ਜਾਣਿਆ ਕਿ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਗਏ ਉਹ ਜੁਗੋ ਜੁਗਾ ਟਲ ਹੈ। ਸਾਧ ਸੰਗਤ ਜੀ, ਅਸੀਂ ਕਿੱਥੇ ਖੜੇ ਹਾਂ? ਸਾਇੰਸ ਦੀ ਕਸਵੱਟੀ ਲੈ ਕੇ ਅੱਜ ਵੀ ਬੈਠੇ ਹੋਏ ਹਾਂ। ਇਸ ਕਰਕੇ ਗੁਰਬਾਣੀ ਨੂੰ ਸਾਇੰਸ ਦੀ ਕਸਵੱਟੀ ਤੇ ਨਾ ਲਾਓ। ਦਾਸ ਇਹਨਾਂ ਨੂੰ ਬੇਨਤੀ ਕੀਤੀ ਕਿ ਗੁਰਬਾਣੀ ਦੀ ਕਸਵੱਟੀ ਤੇ ਸਾਇੰਸ ਨੂੰ ਪਰਖੋ। ਜਿੱਥੇ ਭਾਵਨਾ ਆ ਜਾਂਦੀ ਆ ਉੱਥੇ ਬਹੁਤ ਕੁਝ ਹੋ ਜਾਂਦਾ। ਬਾਬਾ ਬਿਧੀ ਚੰਦ ਜੀ ਤੁਰਕ ਮਗਰ ਲੱਗੇ ਸਨ, ਭੱਠ 'ਚ ਵੜ ਗਏ। ਬਲਦੇ ਭੱਠ 'ਚ ਬਾਬਾ ਬਿਧੀ ਚੰਦ ਜੀ ਵੜ ਗਏ। ਹੁਣ ਅਸੀਂ ਕਹੀਏ ਵੀ ਜਿਵੇਂ ਕਿਸੇ ਕਹਿ ਦਿੱਤਾ ਵੀ ਤੱਤੀ ਲੋਹ ਠੰਡੀ ਨਹੀਂ ਹੋਈ। ਹੁਣ ਖੇਡ ਤਾਂ ਗੁਰੂ ਦੀ ਹੈ ਨਾ, ਗੁਰੂ ਦੀਆਂ ਗੁਰੂ ਜਾਣੇ। ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤਾਂ ਇੰਜ ਕਰ। ਸਵਾਲ ਕਰ ਲਵਾਂਗੇ ਮਹਾਰਾਜ ਨੂੰ ਅਸੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਿੱਖੋ ਲਿਆਓ ਜਲ ਦੀਆਂ ਬਾਲਟੀਆਂ। ਬਾਬਾ ਬਿਧੀ ਚੰਦ ਜੀ ਭੱਠ 'ਚ ਵੜ ਗਏ। ਬਲਦੀ ਭੱਠੀ ਸੀ ਉਹਦੇ ਵਿੱਚ, ਤੇ ਆਪਣੇ ਸਰੀਰ ਤੇ ਜਿਉਂ ਜਲ ਦੀਆਂ ਬਾਲਟੀਆਂ ਪਵਾਉਣ ਲੱਗੇ, ਬਾਬਾ ਬਿਧੀ ਚੰਦ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਭੱਠੀ 'ਚ ਬੈਠੇ ਰਹੇ। ਇੱਕ ਪੈਰ ਥੋੜਾ ਸਮਾਂ ਲੰਘਿਆ, ਤੇ ਜਦੋਂ ਸਮਾਂ ਲੰਘਿਆ ਤੇ ਤੁਰਕ ਜਿਹੜੇ ਸਾਨੂੰ ਖਲੋ ਖਲੋ ਕੇ ਚਲੇ ਗਏ ਵੀ ਹੁਣ ਤਾਂ ਵੀ ਅੰਦਰੋਂ ਫੁੱਕ ਗਏ ਹੋਣਗੇ, ਸੜ ਗਏ ਹੋਣਗੇ। ਤੇ ਜਦੋਂ ਤੁਰਕ ਜਿਹੜੇ ਸਨ ਉੱਥੋਂ ਚਲੇ ਗਏ ਤੇ ਬਾਬਾ ਬਿਧੀ ਚੰਦ ਜੀ ਬਾਹਰ ਨਿਕਲੇ ਤੇ ਤੁਰ ਪਏ। ਉਹ ਕੀ ਭਠਿਆਰੇ ਨੂੰ ਆਖਿਆ ਨਾ ਵੀ ਜਗ੍ਹਾ ਦੇ ਦੇ ਲੁਕਣ ਨੂੰ। ਉਹ ਕਹਿੰਦਾ ਜੀ ਮੇਰੇ ਕੋਲ ਤਾਂ ਭਾਠੀ ਆ। ਕਹਿੰਦੇ ਕੋਈ ਨਹੀਂ, ਫਿਰ ਭਾਠੀ ਸੀ, ਭੱਠ 'ਚ ਵੜ ਗਏ। ਕਿੰਨਾ ਕੁ ਨਿਸ਼ਚਾ ਹੋਵੇਗਾ। ਇਹ ਹੁੰਦੀ ਭਾਵਨਾ। ਭਾਵਨਾ ਦੀ ਖੇਡ ਹੈ ਕਿ ਉਹ ਜਿਨ੍ਹਾਂ ਨੇ ਗੁਰੂ ਨੂੰ ਜਾਣਿਆ ਨਾ, ਅੰਦਰੋਂ ਗੁਰੂ ਦੀ ਕਲਾ ਨੂੰ ਸਮਝਿਆ, ਉਹੀ ਗੁਰੂ ਦੇ ਨੇੜੇ ਹੋ ਸਕਦੇ ਨੇ। ਅਧਿਆਤਮਿਕ ਪੱਖ ਤੇ ਬਾਣੀ ਦੇ ਪੱਖ ਤੇ ਸਾਡੇ ਬੜੇ ਸਵਾਲ ਹੁੰਦੇ ਨੇ। ਸਵਾਲ ਕਰੋ, ਪਰ ਤੁਹਾਡਾ ਸਵਾਲ ਸਾਰੀ ਉਮਰ ਜੇ ਸਵਾਲ ਹੀ ਰਹਿ ਗਿਆ ਫਿਰ ਤੁਹਾਡਾ ਜੀਵਨ ਵਿਅਰਥ ਹੈ। ਦੂਜਾ ਹੈ ਇਤਿਹਾਸਕ ਪੱਖ। ਇਤਿਹਾਸ ਤੇ ਬੜੇ ਕਿੰਤੂ ਪਰੰਤੂ ਹੁੰਦੇ ਨੇ। ਆਖਿਆ ਜੀ ਬਾਣੀ ਦੀ ਕਸਵੱਟੀ ਤੇ ਅਸੀਂ ਇਤਿਹਾਸ ਨੂੰ ਲਾਉਣਾ। ਇਤਿਹਾਸ ਗੁਰੂ ਦਾ ਹੈ, ਅਸੀਂ ਕੌਣ ਹੁੰਦੇ ਹਾਂ? ਬਾਣੀ ਦੀ ਕਸਵੱਟੀ ਤੇ ਇਤਿਹਾਸ ਨੂੰ ਪਰਖਣ ਵਾਲੇ। ਜਿਸ ਗੁਰੂ ਦਾ ਇਤਿਹਾਸ ਹੈ ਉਹਦੇ ਕੌਤਕ ਨੇ, ਜੋ ਉਹਦੇ ਜੀ ਆਇਆ ਉਹਨਾਂ ਕੀਤਾ। ਤੇ ਸਾਡਾ ਫਰਜ਼ ਕੀ? ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਅਸੀਂ ਮਹਾਰਾਜ ਦਾ ਅੰਤ ਲੈਣ ਨੂੰ ਤੁਰ ਪਿਆ ਵੀ ਅਸੀਂ ਗੱਲ ਜਿਹੜੀ ਪਰਖ ਲਈ ਨਾ ਬਾਣੀ ਦੀ ਕਸਵੱਟੀ ਤੇ ਉਹੀ ਸੱਚ ਹੈ। ਸਵਾਲ ਜ਼ਰੂਰ ਹੋਣ, ਪਰ ਇਹ ਨਹੀਂ ਕਿ ਇੱਕ ਸਵਾਲ ਤੇ ਦੂਜਾ ਸ਼ੰਕਾ, ਦੂਜਾ ਸਵਾਲ ਤੇ ਤੀਜਾ ਸ਼ੰਕਾ। ਸਾਰੀ ਉਮਰ ਸ਼ੰਕਿਆਂ ਵਿੱਚ ਪੈ ਪੈ ਕੇ ਕਈਆਂ ਨੇ ਤਾਂ ਆਪਣੀ ਅੱਧੀ ਜ਼ਿੰਦਗੀ ਇੱਦਾਂ ਹੀ ਬਰਬਾਦ ਕਰ ਲਈ ਹੈ। ਬਹੁਤ ਸਾਰੇ ਲੋਕ ਇੱਦਾਂ ਦੇ ਮਿਲਦੇ ਨੇ, ਉਹ ਸ਼ੰਕੇ 'ਚੋਂ ਸਾਰੀ ਜ਼ਿੰਦਗੀ ਨਹੀਂ ਨਿਕਲਦੇ। ਭਾਈ ਰਤਨ ਸਿੰਘ ਜੀ ਨੇ ਜਵਾਬ ਦਿੱਤਾ, ਜੇ ਕਹੂ ਆਖੈ ਪ੍ਰਸ਼ਨ ਇਹ ਥੋ ਬੰਦੇ ਸੋ ਜਾਨੀ ਜਾਨ। ਵੀ ਜੇ ਕੋਈ ਇਹ ਸਵਾਲ ਕਰੇ ਵੀ ਬਾਬਾ ਬੰਦਾ ਸਿੰਘ ਬਹਾਦਰ ਜਾਣੀ ਜਾਣ ਸੀ, ਵੀ ਪਹਿਲਾਂ ਜਦੋਂ ਵੀ ਕੋਈ ਗੱਲ ਹੁੰਦੀ ਸੀ ਤੇ ਪਹਿਲਾਂ ਹੀ ਸਿੰਘਾਂ ਨੂੰ ਦੱਸ ਦਿੰਦਾ ਸੀ, ਤੇ ਹੁਣ ਕੀ ਹੋ ਗਿਆ ਉਹਨੂੰ? ਕਿ ਉਹਨੂੰ ਪਤਾ ਨਹੀਂ ਲੱਗਿਆ ਤੁਰਕਾਂ ਬਾਰੇ ਵੀ ਤੁਰਕ ਮੇਰੇ ਨਾਲ ਧੋਖਾ ਕਰ ਰਹੇ ਹਨ। ਹੁਣ ਜਿਹੜਾ ਤੁਰਕਾਂ ਦਾ ਛਲ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦੀ ਪਹਿਚਾਣ ਕਿਉਂ ਨਹੀਂ ਕੀਤੀ? ਪਹਿਲਾਂ ਜਾਣਦਾ ਸੀ ਤੇ ਹੁਣ ਉਹਦੀ ਅੰਤਰਜਾਮਤਾ ਨੂੰ ਕੀ ਹੋ ਗਿਆ ਸੀ? ਹੁਣ ਭਾਈ ਸਾਹਿਬ ਜਵਾਬ ਦਿੰਦੇ ਇਸ ਚੀਜ਼ ਦਾ। ਕਹਿੰਦੇ ਅਸਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਸਭ ਤੋਂ ਵੱਡੀ ਗਲਤੀ ਵੀ ਇਹੀ ਹੋਈ ਹੈ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਸਕੇ। ਹੁਣ ਉਹਦੇ ਕਾਰਨ ਦੱਸਦੇ ਨੇ। ਪਹਿਲਾ ਕਾਰਨ ਕੀ ਹੈ ਕਿ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਨਾਰਾਜ਼ ਕਰ ਲਿਆ। ਮਾਤਾ ਜੀ ਨੂੰ ਬੋਲ ਕਬੋਲ ਬੱਲੇ ਕਿ ਮੈਂ ਤੁਹਾਡਾ ਸਿੱਖ ਨਹੀਂ ਹਾਂ। ਦੂਜਾ ਕਾਰਨ, ਬਾਬਾ ਬੰਦਾ ਸਿੰਘ ਬਹਾਦਰ ਨੇ ਜੱਤ ਗਵਾ ਲਿਆ। ਮਹਾਰਾਜ ਨੇ ਜੱਤ ਸੱਤ ਤੇ ਕਾਇਮ ਰਹਿਣ ਦਾ ਹੁਕਮ ਦਿੱਤਾ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ 4 ਵਿਆਹ ਕਰਾਏ ਹਨ। ਪਹਿਲਾ ਵਿਆਹ ਹੋਇਆ ਸੀ, ਫਿਰ ਚੰਬੇ ਦੀਆਂ 2 ਰਾਜਕੁਮਾਰੀਆਂ ਉਹਨਾਂ ਨਾਲ ਕਰਾ ਲਿਆ।
ਮੁੜ ਕੇ ਸਕੇਤ ਮੰਡੀ ਤੋਂ ਇੱਕ ਵੇਸ਼ਿਆ ਸੱਦ ਕੇ ਤੇ ਉਹਦੇ ਨਾਲ ਵੀ ਵਿਆਹ ਕਰਾ ਲਿਆ। ਇਸ ਤਰ੍ਹਾਂ ਉਹਨਾਂ ਵਿੱਚ ਪ੍ਰਵਿਰਤ ਹੋ ਗਏ ਹਨ। ਤੀਜੇ ਫਿਰ ਨ ਵਿਦਿਆ ਗਈ। ਤੀਜਾ ਕਾਰਨ ਉਹਨਾਂ ਦੀ ਜਿਹੜੀ ਵੀਰ ਵਿਦਿਆ ਸੀ ਨਾ, ਜਿਹਦੇ ਨਾਲ ਉਹ ਵੀਰ ਸੱਦ ਲੈਂਦੇ ਸਨ, ਉਹ ਵਿਦਿਆ ਵੀ ਚਲੀ ਗਈ ਹੈ। ਉੱਡਣ ਕੀ ਸ਼ਕਤੀ ਵੀ ਖਈ। ਕਿਉਂਕਿ ਮਾਤਾ ਜੀ ਦੇ ਨਾਲ ਬੋਲ ਕਬੋਲ ਕੀਤਾ, ਅੰਦਰੋਂ ਕਰਾਮਾਤਾਂ ਤਾਂ ਮੁੱਕਣੀਆਂ ਸਨ। ਇਸ ਕਰਕੇ ਉੱਡਣ ਦੀ ਇੱਕ ਸ਼ਕਤੀ ਸੀ ਉਹਨਾਂ ਦੇ ਕੋਲ, ਜਿੱਥੇ ਮਰਜੀ ਜੀ ਕਰਕੇ ਉੱਡ ਕੇ ਚਲੇ ਜਾਂਦੇ ਸਨ। ਬੰਦਾ ਸਿੰਘ ਬਹਾਦਰ ਦੀ ਉੱਡਣ ਦੀ ਸ਼ਕਤੀ ਵੀ ਖਤਮ ਹੋ ਗਈ ਹੈ। ਚੌਥੀ ਪੋਥੀ ਰਹੀ ਮੰਡੀ ਮਾਹੇ। ਚੌਥਾ ਜਿਹੜਾ ਕਾਰਨ ਹੈ, ਬੰਦਾ ਸਿੰਘ ਦੇ ਪਾਸ ਇੱਕ ਪੋਥੀ ਸੀ ਜਿਹੜੀ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਦਿੱਤੀ ਹੈ। ਸੁਧ ਸੈਨ ਕੋ ਸੌਂਪੀ ਵਾਹੇ। ਹੁਣ ਉਹ ਪੋਥੀ ਉਹਨਾਂ ਦੇ ਕੋਲ ਨਹੀਂ ਸੀ। ਆਪਾਂ ਕਥਾ ਸੁਣ ਆਏ ਆ, ਸਕੇਤ ਮੰਡੀ ਦਾ ਰਾਜਾ ਜਿਹੜਾ ਸੁਧਾ ਸੈਨ, ਬਾਬਾ ਬੰਦੇ ਬਹਾਦਰ ਨੇ ਆਪਣੀ ਪੋਥੀ ਉਹਨੂੰ ਦੇ ਦਿੱਤੀ ਸੀ। ਪੰਚਮ ਸਤਿਗੁਰ ਨਿੰਦਿਆ ਕਰੀ। ਫਿਰ ਉਹਨਾਂ ਨੇ ਪੰਜਵਾਂ ਕਾਰਨ ਗੁਰੂ ਸਾਹਿਬ ਦੀ ਨਿੰਦਿਆ ਕੀਤੀ। ਆਖਿਆ ਵੀ ਇਹ ਖਾਲਸਾ ਮੈਂ ਪੈਦਾ ਕੀਤਾ ਆ, ਸੋਢੀ ਮੇਰੇ ਤੋਂ ਵੱਡੇ ਥੋੜਾ ਨੇ, ਮੈਂ ਉਹਨਾਂ ਤੋਂ ਵੱਡਾ ਆ, ਉਹਨਾਂ ਨੇ ਕੋਈ ਪੰਥ ਥੋੜਾ ਚਲਾਇਆ। ਇਦਾਂ ਗੁਰੂ ਸਾਹਿਬ ਦੀ ਉਹਨਾਂ ਨਿੰਦਿਆ ਕੀਤੀ ਹੈ। ਛੇਵਾਂ ਕਾਰਨ ਕਿ ਉਹਨਾਂ ਨੇ ਗੁਰੂ ਪੰਥ ਦੇ ਨਾਲ ਵਿਗਾੜ ਪਾ ਲਿਆ। ਮਹਾਰਾਜ ਨੇ ਪਹਿਲਾਂ ਕਹਿ ਕੇ ਭੇਜਿਆ ਸੀ ਕਿ ਪੰਥ ਦੇ ਨਾਲ ਨਹੀਂ ਵਿਗਾੜਨਾ, ਪੰਥ ਦਾ ਤਾਬਿਆਦਾਰ ਰਹਿਣਾ, ਪੰਜ ਸਿੰਘਾਂ ਦਾ ਹੁਕਮ ਮੰਨਣਾ ਹੈ। ਪਰ ਬੰਦਾ ਸਿੰਘ ਬਹਾਦਰ ਨੇ ਪੰਥ ਨਾਲ ਵੀ ਵਿਗਾੜ ਪਾਇਆ ਹੈ। ਸਤਵਾਂ ਕਾਰਨ ਕਿ ਆਪ ਗੁਰੂ ਬਣ ਗਏ ਤੇ ਆਪਣਾ ਪੰਥ ਚਲਾ ਲਿਆ ਹੈ। ਅੱਠਵਾਂ ਕਾਰਨ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਇਸਤਰੀ ਸੀ, ਉਹਦੇ ਘਰ ਦੇ ਵਿੱਚ ਬੇਟੀ ਨੇ ਜਨਮ ਲਿਆ ਤੇ ਜਨਮ ਲੈਂਦਿਆਂ ਉਹਨੇ ਬੇਟੀ ਨੂੰ ਦਫਨਾ ਦਿੱਤਾ। ਮਹਾਰਾਜ ਦਾ ਹੁਕਮ ਸੀ ਕਿ ਕੁੜੀ ਮਾਰ ਦੇ ਨਾਲ ਸੰਬੰਧ ਨਹੀਂ ਰੱਖਣਾ ਗੁਰੂ ਖਾਲਸੇ ਨੇ, ਤੇ ਕੁੜੀਆਂ ਨੂੰ ਮਾਰਨਾ, ਹੱਤਿਆ ਕਰਨੀ ਉਹਨਾਂ ਦੀ ਬਹੁਤ ਵੱਡਾ ਪਾਪ ਹੈ। ਇਹ ਹੁਕਮ ਸੀ ਮਹਾਰਾਜ ਦਾ ਕਿ ਇਹੋ ਜਿਹੇ ਕੁਕਰਮ ਸਿੱਖ ਨਾ ਕਰੇ ਤੇ ਨਾ ਹੀ ਇਹੋ ਜਿਹੇ ਕੁਕਰਮ ਕਰਨ ਵਾਲਿਆਂ ਨਾਲ ਸਿੱਖ ਸੰਬੰਧ ਰੱਖੇ। ਪਰ ਬਾਬਾ ਬੰਦਾ ਸਿੰਘ ਬਹਾਦਰ ਦੀ 4 ਇਸਤਰੀਆਂ ਵਿੱਚੋਂ ਇੱਕ ਇਸਤਰੀ ਦੇ ਘਰ ਬੇਟੀ ਨੇ ਜਨਮ ਲਿਆ, ਉਹਨੇ ਬੇਟੀ ਦਫਨਾ ਦਿੱਤੀ ਹੈ। 9ਵਾਂ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਸਨ, ਮੁਫਤ ਪ੍ਰਾਪਤ ਕੀਤੀਆਂ ਸਨ। 10ਵਾਂ ਕਾਰਨ ਕਿ ਜਿਹੜੀ ਕਮਾਈ ਪਹਿਲਾਂ ਕਰਦੇ ਸਨ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਸ਼ਸਤਰ ਅਭਿਆਸ ਕਰਨਾ, ਨਾਮ ਦਾ ਅਭਿਆਸ ਕਰਨਾ, ਉਹਨਾਂ ਕਮਾਈ ਕਰਨੀ ਛੱਡ ਦਿੱਤੀ। ਤੁਹਾਡੇ ਕੋਲ 4 ਪੈਸੇ ਨੇ, ਕਮਾਈ ਕਰਨੀ ਛੱਡ ਦਿਓ, ਕਿੰਨੇ ਕੁ ਦਿਨ ਚੱਲਣਗੇ? ਤੇ ਜਿਹੜੀ ਕਮਾਈ ਪਿਛਲੀ ਸੀ ਉਹ ਤਾਂ ਬੰਦਾ ਸਿੰਘ ਬਹਾਦਰ ਖਾ ਗਿਆ, ਪਰ ਅਗਲੀ ਕਮਾਈ ਕਰਨੀ ਉਹਨਾਂ ਨੇ ਬੰਦ ਕਰ ਦਿੱਤੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ, ਸਿੰਘੋ ਮੁਖਤ ਦੀ ਨਿਆਮਤ ਮੁਖਤ ਵਿੱਚ ਹੀ ਜਾਂਦੀ ਹੈ। ਜਿਹੜੀ ਚੀਜ਼ ਮੁਫਤ ਵਿੱਚ ਮਿਲਦੀ ਆ ਇਸੇ ਤਰ੍ਹਾਂ ਹੀ ਚਲੀ ਜਾਂਦੀ ਹੈ। ਕਹਿੰਦੇ ਮਹਿੰਗੀ ਚੀਜ਼ ਖਰੀਦੋਗੇ ਤੇ ਹਮੇਸ਼ਾ ਮਹਿੰਗੀ ਵਿਕੇਗੀ, ਪਰ ਜਿਹੜੀ ਚੀਜ਼ ਤੁਹਾਨੂੰ ਜਿਹੜੀ ਮੁਫਤ ਦੀ ਨਿਆਮਤ ਪ੍ਰਾਪਤ ਹੋਈ ਹੈ ਉਹ ਇਸੇ ਤਰ੍ਹਾਂ ਚਲੀ ਜਾਂਦੀ, ਮਨੁੱਖ ਉਹਦੀ ਕਦਰ ਨਹੀਂ ਕਰਦਾ। ਕਹਿੰਦੇ ਜਿਹੜੀ ਜਾਦੂ ਦੀ ਸਿੱਧੀ ਹੁੰਦੀ ਹੈ ਨਾ, ਇਹ ਆਪਣੀ ਮਿਹਨਤ ਤੋਂ ਬਗੈਰ ਮਿਲਦੀ ਆ। ਜ਼ਿਆਦਾ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਮੰਤਰ ਆਦਿਕ ਸਿੱਧ ਕਰਕੇ ਤੇ ਉਹਦੀ ਪ੍ਰਾਪਤੀ ਕਰ ਲੈਂਦੇ ਹਨ। ਇਹ ਜਾਦੂ ਸਿੱਧੀਆਂ ਜਿਹੜੀਆਂ ਹੁੰਦੀਆਂ ਨੇ ਨਾ, ਜਦੋਂ ਅੰਤਲਾ ਸਮਾਂ ਆਉਂਦਾ ਬੰਦੇ ਨੂੰ ਦਗਾ ਦੇ ਜਾਂਦੀਆਂ ਨੇ, ਉਦੋਂ ਨਾਲ ਨਹੀਂ ਖੜਦੀਆਂ। ਪਰ ਇੱਕ ਗੱਲ ਯਾਦ ਰੱਖਿਓ, ਇਹ ਲੋਕਾਂ ਨੂੰ ਪੁੱਛਾਂ ਪਾਛਾਂ ਦੇਣ ਵਾਲੇ ਜਿਹੜੇ ਨੇ ਨਾ, ਬੜੀ ਬੁਰੀ ਤਰ੍ਹਾਂ ਮਰਦੇ ਨੇ। ਆ ਜਿਹੜੀਆਂ ਕਲਾਮਾਂ ਕਰਦੇ ਨੇ, ਫੂਕਾਂ ਮਾਰ ਮਾਰ, ਕਦੀ ਲਾਚੀ ਦੇ ਦਿੱਤੀ ਤੇ ਕਦੀ ਲੌਂਗ ਦੇ ਦਿੱਤਾ, ਹੈ ਨਾ। ਜਦੋਂ ਸਮਾਂ ਆਉਂਦਾ ਨਾ ਤੇ ਬੜੀ ਬੁਰੀ ਦਸ਼ਾ ਇਹਨਾਂ ਦੀ ਹੁੰਦੀ, ਪੁੱਛਦਾ ਵੀ ਕੋਈ ਨਹੀਂ ਇਹਨਾਂ ਨੂੰ, ਰੁੰਝ ਰੁੰਝ ਕੇ ਮਰਦੇ ਨੇ। ਪਰਮਾਤਮਾ ਦਾ ਭਾਣਾ ਜਿਹੜਾ, ਉਹਦੇ ਵਿੱਚ ਦਖਲ ਦੇਣਾ ਇਹਨਾਂ ਦਾ ਕੰਮ ਹੈ, ਤੇ ਫਿਰ ਇਹਨਾਂ ਦਾ ਅੰਤ ਵੀ ਤਾਂ ਉਸੇ ਤਰ੍ਹਾਂ ਹੀ ਹੋਣਾ ਨਾ। ਇਸ ਕਰਕੇ ਇਹ ਜਿਹੜੇ ਲੋਕ ਮੰਤਰ ਤੰਤਰਾਂ ਵਾਲੇ ਜਿਹੜੇ ਨੇ, ਇਹਨਾਂ ਦੇ ਆਪਣੇ ਜਾਦੂ ਅੰਤ ਕਾਲ ਇਹਨਾਂ ਨੂੰ ਧੋਖਾ ਦੇ ਜਾਂਦੇ, ਇਹਨਾਂ ਦੇ ਸਾਥ ਨਹੀਂ ਨਿਭਦੇ। ਔਰ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜੇ ਲਾਚੀਆਂ ਦੇਣ ਵਾਲੇ, ਆਪਣੇ ਟੱਬਰ 'ਚ ਤਾਂ ਲੜਾਈ ਪਈ ਹੁੰਦੀ ਇਹਨਾਂ ਦੇ, ਆਪਣੇ ਟੱਬਰ 'ਚ। ਆ ਕੈਨੇਡਾ ਦੀ ਗੱਲ, ਉੱਥੇ ਜੰਗਲ ਨੂੰ ਅੱਗ ਲੱਗ ਗਈ ਤੇ ਉਹ ਅਖਬਾਰਾਂ ਦੇ ਵਿੱਚ ਨਾ ਬੜੀਆਂ ਬੜੀਆਂ ਖਬਰਾਂ ਆਉਂਦੀਆਂ। ਇੱਕ ਮਾਸਟਰ ਅਮਰ ਜਿਹਾ ਬੜਾ ਮਸ਼ਹੂਰ ਹੈ, ਸ਼ਾਇਦ ਇੱਥੇ ਵੀ ਹੋਏਗਾ ਮੈਨੂੰ ਲੱਗਦਾ ਆ, ਮਾਸਟਰ ਅਮਰ।
ਉਹ ਰੋਜ਼ ਹਰ ਇੱਕ ਅਖਬਾਰ ਦੇ ਵਿੱਚ ਨਾ ਉਹਦੀ ਖਬਰ ਵੱਡੀ ਸਾਰੀ ਐਡ ਲੱਗੀ ਹੁੰਦੀ, ਮੈਨੂੰ ਲੱਗਦਾ ਅੱਧੇ ਡੇਢ ਪੇਜ ਦੇ ਉੱਤੇ ਉਹਦੀ, ਵੀ ਮੈਂ ਇਹ ਕਰ ਦਿਆਂਗਾ ਇਹ ਕਰ ਦਿਆਂਗਾ, ਵੀ ਤੁਹਾਨੂੰ ਗਰੰਟੀ ਦਿੰਦਾ ਮੈਂ ਹਰ ਇੱਕ ਚੀਜ਼ ਦੀ। ਇੱਕ ਦਿਨ ਇੱਕ ਨੇ ਫੋਨ ਲਾ ਲਿਆ, ਆਖਦਾ ਵੀ ਸਾਡੇ ਨਾ ਇੱਥੇ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਹੈ, ਵੀ ਜੇ ਏਡੀ ਜ਼ਿਆਦੀ ਤੇਰੇ ਵਿੱਚ ਅੰਤਰਜਾਮਤਾ ਸੀ ਤੇ ਪਹਿਲਾਂ ਨਹੀਂ ਦੱਸ ਸਕਿਆ, ਫੋਨ ਕੱਟ ਗਿਆ ਉਸੇ ਵਕਤ ਹੀ। ਤੇ ਇੱਕ ਉਹਦੇ ਡੇਰੇ 'ਚ ਚਲੇ ਗਏ, ਉੱਥੇ ਹੀ ਸੀਗਾ ਕਿਤੇ, ਤੇ ਜਾ ਕੇ ਕਹਿਣ ਲੱਗੇ ਵੀ ਤੁਹਾਨੂੰ ਸਾਰਾ ਕੁਝ ਪਤਾ ਹੈ? ਕਹਿੰਦਾ ਹਾਂ ਮੈਂ ਸਾਰਾ ਕੁਝ ਜਾਣਦਾ। ਕਹਿੰਦਾ ਉਹਨਾਂ ਨੇ ਫੜ ਕੇ ਢਾ ਲਿਆ। ਇਹ ਸੱਚੀ ਗੱਲ ਹੈ। ਚੰਗੀ ਸੇਵਾ ਕੀਤੀ, ਛਿੱਤਰ ਪੌਲਾ ਕਰਕੇ ਕਹਿੰਦੇ ਇਹ ਪਤਾ ਸੀ ਤੈਨੂੰ? ਲੋਕਾਂ ਦਾ ਤਾਂ ਭਵਿੱਖ ਦੱਸਦਾ ਹੈ, ਤੈਨੂੰ ਇਹ ਪਤਾ ਸੀ ਵੀ ਤੇਰੀ ਸੇਵਾ ਹੋਣ ਵਾਲੀ ਹੈ? ਹੁਣ ਬੋਲੇ ਕੁਝ ਨਾ, ਹੁਣ ਕੀ ਦੱਸੇ? ਆਪਣੇ ਆਪ ਦਾ ਤਾਂ ਪਤਾ ਨਹੀਂ, ਪਰ ਦੂਜਿਆਂ ਦਾ ਭਵਿੱਖ ਦੱਸਣ ਨੂੰ ਬੈਠੇ ਹੋਏ ਲੋਕ। ਇਸ ਕਰਕੇ ਇਹਨਾਂ ਦੇ ਚੱਕਰਾਂ ਵਿੱਚ ਗੁਰੂ ਸਾਹਿਬ ਨੇ ਖਾਲਸੇ ਨੂੰ ਨਾ ਫਸਣ ਵਾਸਤੇ ਆਖਿਆ, ਗੁਰੂ ਉੱਤੇ ਭਰੋਸਾ ਰੱਖੋ। ਆ ਨਗ ਮੁੰਦਰੀਆਂ ਤੇ ਭਰੋਸਾ ਜ਼ਿਆਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਨਹੀਂ। ਜਿਨ੍ਹਾਂ ਨੇ ਇੱਕ ਵੀ ਅੱਖਰ ਤੇ ਭਰੋਸਾ ਕਰ ਲਿਆ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਿਨਕਾ ਏਕ ਜਿਸ ਜੀ ਬਸਾਵੈ। ਨਾਲੇ ਸੁਖਮਣੀ ਸਾਹਿਬ ਵੀ ਕਰੀ ਜਾਵਾਂਗੇ, ਨਾਲੇ ਫਿਰ ਲਾਚੀਆਂ ਪਿੱਛੇ। ਇਹੀ ਹੈ ਨਾ, ਫਿਰ ਲਾਚੀਆਂ ਪਿੱਛੇ ਦੌੜੀ ਜਾਂਦੇ ਆ, ਲੌਂਗਾ ਪਿੱਛੇ ਦੌੜੀ ਜਾਂਦੇ ਆ, ਧਾਗੇ ਮੁੰਦੀਆਂ ਪਿੱਛੇ, ਗੂਗੇ ਗਾਗੇ ਪਿੱਛੇ ਦੌੜੀ ਜਾਂਦੇ ਆ, ਨਾਲੇ ਸੁਖਮਣੀ ਸਾਹਿਬ ਵੀ ਕਰੀ ਜਾਣਾ। ਮਹਾਰਾਜ ਕਹਿੰਦੇ ਭਲਿਆ ਮਾਨਸਾ ਕਿਨਕਾ ਇੱਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਕਰੀ ਨਾ ਆਵੇ। ਜੇ ਕਿਨਕਾ ਤੇਰੇ ਹਿਰਦੇ ਵਿੱਚ ਵਸ ਗਿਆ ਨਾ, ਨਿਹਾਲ ਹੋ ਜਾਏਗਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪਰ ਉਹ ਅੱਖਰ ਵਸਣ ਨਹੀਂ ਨਾ ਦਿੰਦੇ, ਲਾਚੀਆਂ ਤੇ ਭਰੋਸਾ ਥੋੜ੍ਹਾ ਜ਼ਿਆਦਾ ਰੱਖਦੇ ਨੇ। ਇੱਥੇ ਫਿਰ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ, ਭਾਈ ਇਹ ਸਾਰੀਆਂ ਚੀਜ਼ਾਂ ਅੰਤ ਨੂੰ ਦਗਾ ਦੇ ਜਾਂਦੀਆਂ ਹਨ। ਆਹ ਜਿਹੜੀ ਪਤੇ ਦੀ ਗੱਲ ਹੈ, ਹੁਣ ਸੁਣਿਓ ਜੇ, ਸਭ ਤੋਂ ਵੱਡੀ ਗੱਲ ਹੈ ਕਿ ਭਗਵਾਨ ਦੀ ਭਗਤੀ ਕਰਕੇ ਮਨੁੱਖ ਨੂੰ ਜੋ ਪ੍ਰਾਪਤ ਹੁੰਦਾ ਹੈ, ਉਹ ਸਵਾਸਾਂ ਤਾਈਂ ਅੰਤ ਤੱਕ ਮਨੁੱਖ ਦੇ ਨਾਲ ਨਿਭਦਾ ਹੈ। ਇੱਥੇ ਵੀ ਨਿਭਦਾ ਹੈ ਤੇ ਦਰਗਾਹ ਦੇ ਵਿੱਚ ਵੀ ਨਿਭਦਾ ਹੈ। ਇਹਾਂ ਉਹਾਂ ਨਾਨਕ ਤੇਰੀ ਰੱਖੈ, ਜੋ ਭਗਤੀ ਕਰਕੇ ਇੱਥੇ ਕਮਾਇਆ ਇੱਥੇ ਵੀ ਤੇਰੀ ਰੱਖਿਆ ਕਰੇਗਾ, ਤੇ ਦਰਗਾਹ ਦੇ ਵਿੱਚ ਵੀ ਜਾ ਕੇ ਤੇਰੀ ਰੱਖਿਆ ਕਰੇਗਾ। ਰਿੱਧੀਆਂ ਸਿੱਧੀਆਂ ਤਾਂ ਸਭ ਕੁਝ ਭਾਈ ਮੋਹ ਰੂਪ ਇਹਨਾਂ ਨੇ ਮਨੁੱਖ ਨੂੰ ਛੱਡ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਇੱਕ ਅਕਾਲ ਪੁਰਖ ਦਾ ਆਰਾਧਨ ਕਰ, ਇੱਕ ਮਨ ਇੱਕ ਚਿੱਤ ਹੋ ਕੇ ਉਹਦੀ ਬੰਦਗੀ ਕਰ। ਉਹਦੀਆਂ ਵਡਿਆਈਆਂ ਬੜੀਆਂ ਮਹਾਨ ਨੇ, ਉਹ ਪ੍ਰਮਾਤਮਾ ਵਡਿਆਈ ਦੇ ਕੇ ਪਛਤਾਉਂਦਾ ਨਹੀਂ। ਇਹ ਰਿੱਧ ਸਿੱਧ ਤਾਂ ਉਹਨਾਂ ਦੇ ਪਿੱਛੇ ਲੱਗੀਆਂ ਤੁਰੀਆਂ ਫਿਰਦੀਆਂ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਬੰਦਗੀ ਸਭ ਤੋਂ ਵੱਡਾ ਖਜ਼ਾਨਾ ਹੈ, ਜਿਹੜਾ ਮਨੁੱਖ ਦੇ ਨਾਲ ਦਰਗਾਹ ਤਾਈਂ ਭਾਈ ਸਾਥ ਨਿਭਦਾ ਹੈ। ਕਹਿੰਦੇ ਜਾਦੂ ਦਾ ਜਿਹੜਾ ਬਲ ਹੁੰਦਾ ਨਾ, ਉਹ ਸੇਵਾ ਤੱਕ ਹੀ ਸੀਮਤ ਹੁੰਦਾ ਹੈ। ਜਦੋਂ ਤੁਸੀਂ ਮੰਤਰ ਉਹਨਾਂ ਦੀ ਸੇਵਾ ਕਰਨੀ ਛੱਡ ਦਿਓਗੇ ਨਾ, ਕਰਮਕਾਂਡ ਕਰਨਾ ਛੱਡ ਦਿਓਗੇ, ਜਾਦੂ ਵੀ ਤੁਹਾਨੂੰ ਛੱਡ ਕੇ ਚਲਾ ਜਾਵੇਗਾ। ਬੰਦੇ ਦੇ ਕੋਲੇ ਕਰਾਮਾਤਾਂ ਬੜੀਆਂ ਸਸਤੀਆਂ ਆਈਆਂ ਸਨ, ਪਰ ਬੰਦੇ ਨੇ ਮਿਹਨਤ ਕਰਨੀ ਭੁਲਾ ਦਿੱਤੀ, ਨਿਤਨੇਮ ਸੇਵਾ ਸਿਮਰਨ ਛੱਡ ਦਿੱਤਾ। ਇਸ ਕਰਕੇ ਜਾਦੂਗਰੀ ਸਭ ਛੱਡ ਕੇ ਚਲੀ ਗਈ ਹੈ। ਇਸ ਕਰਕੇ ਭਾਈ ਉਹਨਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਤੁਰਦੀਆਂ ਰਹਿੰਦੀਆਂ ਨੇ, ਜੋ ਹਰ ਹਿਰਦੈ ਸਦਾ ਵਸਾਏ, ਜਿਹੜੇ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ। ਪਰਮਾਤਮਾ ਦਾ ਨਾਮ ਹੀ ਜਿਹੜਾ ਅੰਤ ਤੱਕ ਮਨੁੱਖ ਦੇ ਸਾਥ ਨਿਭਦਾ ਹੈ। ਆ ਪਖੰਡ ਜਾਦੂ ਟੂਣੇ ਆਦਿਕ ਜਿਹੜੇ ਮਨੁੱਖ ਨੂੰ ਛੱਡ ਜਾਂਦੇ ਨੇ। ਭਾਈ ਰਤਨ ਸਿੰਘ ਜੀ ਕਹਿੰਦੇ ਨੇ, ਚਾਕਰ ਰਾਜ ਗੁਮਾਸ਼ ਤੋਂ ਜੰਤਰ ਸਿੱਧੀ ਸ਼ਾਮ। ਚਾਕਰ ਜਿਹੜਾ ਗੋਲਾ ਹੁੰਦਾ, ਨੌਕਰ ਹੁੰਦਾ ਹੈ, ਇਸੇ ਪ੍ਰਕਾਰ ਜਿਹੜਾ ਰਾਜਾ ਹੁੰਦਾ ਹੈ, ਤੇ ਗਮਾਸ਼ ਤੋਂ ਵੀ ਵੈਸੇ ਨੌਕਰ ਨੂੰ ਕਹਿੰਦੇ, ਪਰ ਉਹ ਜਿਹੜਾ ਦਾਜ ਦੇ ਵਿੱਚ ਪ੍ਰਾਪਤ ਹੋਇਆ ਹੋਵੇ। ਇਸੇ ਪ੍ਰਕਾਰ ਜੰਤਰ ਸਿੱਧੀ ਤੇ ਛਾਮ। ਛਾਮ ਦਾ ਆਖਰੀ ਅਰਥ ਹੈ ਛਾਂ, ਜਿਵੇਂ ਦਰਖਤ ਦੀ ਛਾਂ ਹੁੰਦੀ ਹੈ। ਇਸੇ ਪ੍ਰਕਾਰ ਕਹਿੰਦੇ ਨੇ ਕਿ ਇਹਨਾਂ ਦੀ ਪ੍ਰਤੀਤ ਨਹੀਂ ਕਰਨੀ ਚਾਹੀਦੀ।
ਨਾ ਚਾਕਰ ਦੀ, ਨਾ ਰਾਜੇ ਦੀ, ਨਾ ਗੁਮਾਸ਼ਤੇ ਦੀ, ਜਿਹੜਾ ਮੁਨਸ਼ੀ ਆਦਿਕ ਉਹਦੀ ਵੀ ਪ੍ਰਤੀਤ ਨਹੀਂ ਕਰਨੀ ਚਾਹੀਦੀ, ਪਤਾ ਨਹੀਂ ਕਦੋਂ ਮਨੁੱਖ ਨੂੰ ਛੱਡ ਜਾਏ। ਇਸ ਕਰਕੇ ਭਾਈ ਇਹਨਾਂ ਤੇ ਕਦੇ ਵੀ ਭਰੋਸਾ ਨਾ ਕਰੋ। ਜੇ ਭਰੋਸਾ ਕਰਨਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਕਰੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲਿਓ, ਤੁਹਾਡਾ ਭਲਾ ਕਰਨਗੇ। ਬਾਕੀ ਪ੍ਰਕਰਨ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।